ਜਿਹੜਾ ਪੈਟਰੋਲ ਡੀਜ਼ਲ ਜਿਹੜਾ ਹੈਗਾ ਵਾ ਇੰਡੀਆ ਜਿਹੜਾ ਹੈਗਾ ਆਪ ਹੀ ਪਹਿਲੇ ਖਰੀਦਦਾ, ਫਿਰ ਉਸ ਤੋਂ ਬਾਅਦ ਹੀ ਰਿਫਾਈਨਡ ਕਰਕੇ ਬਾਹਰਲੀ ਕੰਟਰੀ ਨੂੰ ਵੇਚਦਾ। ਕਦੀ ਕਿਸੇ ਨੇ ਸੋਚਿਆ ਨਹੀਂ ਹੋਊਗਾ ਕਿਉਂਕਿ ਤਕਰੀਬਨ 35 ਤੋਂ ਲੈ ਕੇ 38-39 ਰੁਪਏ ਤੱਕ ਜਿਹੜਾ ਪਰ ਲੀਟਰ ਦੇ ਹਿਸਾਬ ਦੇ ਨਾਲ ਇਹ ਬਾਹਰਲੀਆਂ ਕੰਟਰੀਆਂ ਨੂੰ ਜਿਹੜਾ ਐਕਸਪੋਰਟ ਕਰਦੇ ਹੈਗੇ। ਗਵਰਨਮੈਂਟ ਦੀ ਕੰਪਨੀ ਬਾਹਰਲੇ ਦੇਸ਼ਾਂ ਨੂੰ ਪੈਟਰੋਲ ਡੀਜ਼ਲ ਵੇਚ ਰਹੀ ਹੈ, ਜਦੋਂ ਸਾਨੂੰ ਦੂਜੀਆਂ ਕੰਪਨੀਆਂ ਇਨਫੋਰਮੇਸ਼ਨ ਦੇ ਸਕਦੀਆਂ ਤਾਂ ਫਿਰ ਇੰਡੀਅਨ ਆਇਲ ਦੀ ਕਾਹਦੀ ਸੀਕ੍ਰੇਸੀ ਹੋਈ? ਵੀ ਇੱਕ ਪਾਸੇ ਤੁਸੀਂ ਬਾਹਰਲੇ ਦੇਸ਼ਾਂ ਨੂੰ ਇੱਕ ਚੀਜ਼ 30-35-40 ਰੁਪਏ ਦੇ ਰਹੇ ਹੋ, ਸਾਨੂੰ ਚੀਜ਼ ਉਹੀ 70-75 ਰੁਪਏ ਮਿਲ ਰਹੀ ਹੈ, 80 ਰੁਪਏ ਮਿਲ ਰਹੀ ਹੈ। ਇਹ ਤਾਂ ਬਿਲਕੁਲ ਅਨਿਆਏ ਆ। ਕਲੀਅਰ ਹੋਇਆ ਵੀ ਹਾਂ ਵੀ ਇੰਡੀਆ ਜਿਹੜਾ ਹੈਗਾ ਹਾਂਗਕਾਂਗ ਨੂੰ, ਮਲੇਸ਼ੀਆ ਨੂੰ, ਮੌਰੀਸ਼ੀਅਸ ਨੂੰ, ਸਿੰਗਾਪੁਰ ਨੂੰ, UAE ਨੂੰ ਔਰ ਹੋਰ ਜਿਹੜੇ ਕੰਟਰੀ ਨੇ ਉਹਨਾਂ ਨੂੰ ਡੀਜ਼ਲ ਪੈਟਰੋਲ ਵੇਚ ਰਿਹਾ ਹੈਗਾ ਆ। ਬਹਿਰੀਨ, ਭੂਟਾਨ, ਇਰਾਕ, ਮਲੇਸ਼ੀਆ, ਮੌਰੀਸ਼ੀਅਸ, ਨੇਪਾਲ, ਓਮਾਨ, ਸਾਊਦੀ ਅਰਬੀਆ, ਸਿੰਗਾਪੁਰ, ਸਾਊਥ ਅਫਰੀਕਾ, ਸ਼੍ਰੀਲੰਕਾ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਯੂਨਾਈਟਿਡ ਕਿੰਗਡਮਸ, ਮਤਲਬ ਇਹਨਾਂ ਕੰਟਰੀਆਂ ਨੂੰ ਪੈਟਰੋਲ ਦੇ ਰਹੇ ਆ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਅੱਜ ਇੱਕ ਐਸਾ ਖੁਲਾਸਾ ਕਰਨ ਜਾ ਰਹੇ ਹਾਂ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਰੋਹਿਤ ਸੱਭਰਵਾਲ ਜੀ, IT ਐਕਟਿਵਿਸਟ ਹੈਗੇ ਨੇ। ਉਹ ਮੌਜੂਦ ਨੇ, ਜਿੱਦਾਂ ਕਾਫੀ ਖੁਲਾਸੇ ਉਹ ਕਰਦੇ ਨੇ, RT ਦੇ ਜ਼ਰੀਏ ਕਰਦੇ ਨੇ, ਲੇਕਿਨ ਕਿਸੇ ਨੇ ਕਦੀ ਸੋਚਿਆ ਪੈਟਰੋਲ ਡੀਜ਼ਲ ਦੇ ਉੱਤੇ ਕੀ ਖੁਲਾਸਾ ਹੋ ਸਕਦਾ ਹੈ? ਪੈਟਰੋਲ ਡੀਜ਼ਲ ਜਿਹੜੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ, ਕਦੀ ਜਨਤਾ ਨੇ ਸੋਚਿਆ ਕਿ ਲੋਕਡਾਊਨ ਦੇ ਕਰਫਿਊ ਦੇ ਵਿੱਚ ਜਿਹੜੀ ਕੀਮਤਾਂ ਲਗਾਤਾਰ ਵੱਧ ਰਹੀਆਂ, ਇਜ਼ਾਫਾ ਹੋ ਰਿਹਾ, ਇਹ ਜਿਹੜਾ ਪੈਟਰੋਲ ਡੀਜ਼ਲ ਜਿਹੜਾ ਹੈਗਾ ਵਾ ਇੰਡੀਆ ਜਿਹੜਾ ਹੈਗਾ ਆਪ ਹੀ ਪਹਿਲੇ ਖਰੀਦਦਾ, ਫਿਰ ਉਸ ਤੋਂ ਬਾਅਦ ਹੀ ਰਿਫਾਈਨਡ ਕਰਕੇ ਬਾਹਰਲੀ ਕੰਟਰੀ ਨੂੰ ਵੇਚਦਾ। ਕਦੀ ਕਿਸੇ ਨੇ ਸੋਚਿਆ ਨਹੀਂ ਹੋਊਗਾ ਕਿਉਂਕਿ ਆਪ ਹੀ ਆਯਾਤ ਕਰਦਾ, ਫਿਰ ਆਪ ਹੀ ਨਿਰਯਾਤ ਕਰਦਾ ਵਾ ਰਿਫਾਈਨਡ ਕਰਕੇ। ਗੱਲ ਮੇਰੇ ਕੋਲ ਕੁਝ ਮੰਗੂਰ ਰਿਫਾਈਨਰੀ ਐਂਡ ਪੈਟਰੋਲੀਅਮ ਕੰਪਨੀ ਦੇ ਕੁਝ ਲੈਟਰ ਹੈਗੇ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਉਹਦੇ ਵਿੱਚ ਹਾਂਗਕਾਂਗ ਨੂੰ ਕਿੱਦਾਂ ਜਿਹੜੇ ਡੀਜ਼ਲ ਦੀ ਐਵਰੇਜ ਦੇ ਹਿਸਾਬ ਨਾਲ ਜਿਹੜਾ ਬੈਰਲ ਹੁੰਦਾ ਉਸ ਹਿਸਾਬ ਨਾਲ ਵੇਚਿਆ ਜਾ ਰਿਹਾ 81.3, 75.80। ਇਹ ਮੰਗੂਰ ਰਿਫਾਈਨਰੀ ਤੋਂ ਗੱਲ ਕੀਤੀ ਜਾਵੇ RT ਦੇ ਜ਼ਰੀਏ ਮੰਗਾਇਆ ਗਿਆ ਸੀਗਾ। ਉਸ ਤੋਂ ਬਾਅਦ ਪੈਟਰੋਲੀਅਮ ਯੋਜਨਾ ਐਮ ਵਿਸ਼ੇਸ਼ਣ ਪ੍ਰਕੋਸ਼ ਤੋਂ ਜਿਹੜਾ ਹੈਗਾ ਵਾ ਇੱਕ ਇਹਨਾਂ ਨੂੰ ਲੈਟਰ ਆਂਦੀ ਹੈ ਸੱਭਰਵਾਲ ਜੀ ਨੂੰ। ਅਬ ਗੱਲਬਾਤ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਲਵਾਂਗੇ ਇਨਫੋਰਮੇਸ਼ਨ ਰਾਈਟ ਆਫ ਐਕਟ 2005 ਦਾ। ਗੱਲਬਾਤ ਕਰਦੇ ਹਾਂ। ਰੋਹਿਤ ਜੀ, ਪਹਿਲੇ ਤਾਂ ਸਵਾਗਤ ਹੈ ਤੁਹਾਡਾ ਸਪੋਕਸਮੈਨ ਟੀਵੀ 'ਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ ਸਰ। ਰੋਹਿਤ ਜੀ, ਕਿੱਦਾਂ ਸੋਚਿਆ ਇੱਕ ਆ ਜਿਹੜਾ ਉਪਰਾਲਾ ਸੀਗਾ, ਕੀ ਸੋਚ ਕੇ ਤੁਸੀਂ ਇਹ ਰੇਟ ਲਿਸਟ ਮੰਗੀ ਤੇ ਕਿੰਨੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਰੇਟ ਲਿਸਟ ਦੇਣ ਲਈ? ਉਹਨਾਂ ਨੇ ਕੀ ਤੁਹਾਨੂੰ ਪਹਿਲੇ ਕੋਈ ਦੇਣ ਤੋਂ ਇਨਕਾਰ ਕੀਤਾ ਜਾਂ ਕੀ ਕੀਤਾ? ਇਸ ਤਰ੍ਹਾਂ ਸੀਗਾ ਜੀ, ਸਨ 2017-18 'ਚ ਗੱਲ ਮੇਰੇ ਦਿਮਾਗ 'ਚ ਆਈ ਵੀ ਮੈਂ ਇਹ ਰੇਟ ਚੈੱਕ ਪਤਾ ਕਰਾਂ ਕਿ ਇੰਡੀਆ ਕਿਹੜੇ ਕੰਟਰੀਜ਼ ਨੂੰ ਪੈਟਰੋਲ ਔਰ ਡੀਜ਼ਲ ਐਕਸਪੋਰਟ ਕਰਦਾ ਆ। ਤੇ ਉਹ ਡਿਟੇਲ ਮੈਂ RTI 'ਚ ਇਨਫੋਰਮੇਸ਼ਨ 'ਚ ਮੰਗੀ ਮਿਨਿਸਟਰੀ ਆਫ ਪੈਟਰੋਲੀਅਮ ਤੋਂ, ਔਰ ਕਿਸ ਰੇਟਾਂ ਦੇ ਉੱਤੇ ਤੁਸੀਂ ਇਹ ਐਕਸਪੋਰਟ ਕੀਤਾ। ਤੇ ਜਦੋਂ ਇਨਫੋਰਮੇਸ਼ਨ ਆਈ ਤਾਂ ਇਨਫੋਰਮੇਸ਼ਨ ਦੇ ਵਿੱਚ ਇਹਨਾਂ ਨੇ ਕਈ ਮੁਲਕ ਦਿੱਤੇ, ਹਾਂਗਕਾਂਗ, ਇਰਾਕ, ਹੁਣ ਇਰਾਕ ਵਰਗੀ ਕੰਟਰੀ ਨੂੰ ਵੀ ਐਕਸਪੋਰਟ ਕਰ ਰਹੇ, ਸਿੰਗਾਪੁਰ, ਮਤਲਬ ਕਈ ਇਹਨਾਂ ਨੇ ਕੰਟਰੀ ਦਿੱਤੇ। ਤਾਂ ਉਹਦੇ 'ਚ ਜਦੋਂ ਮੰਗਲੁਰੂ ਰਿਫਾਈਨਰੀ ਸੀ, ਭਾਰਤ ਪੈਟਰੋਲੀਅਮ ਸੀ, ਇਹਨਾਂ ਨੇ ਤਾਂ ਚਲੋ ਇਨਫੋਰਮੇਸ਼ਨ ਦੇ ਦਿੱਤੀ। ਉਸ ਇਨਫੋਰਮੇਸ਼ਨ ਦੇ ਵਿੱਚ ਇਹਨਾਂ ਨੇ ਮੰਨਿਆ ਕਿ ਤਕਰੀਬਨ 35 ਤੋਂ ਲੈ ਕੇ 38-39 ਰੁਪਏ ਤੱਕ ਜਿਹੜਾ ਪਰ ਲੀਟਰ ਦੇ ਹਿਸਾਬ ਦੇ ਨਾਲ ਇਹ ਬਾਹਰਲੀਆਂ ਕੰਟਰੀਆਂ ਨੂੰ ਜਿਹੜਾ ਐਕਸਪੋਰਟ ਕਰਦੇ ਹੈਗੇ ਪਰ ਲੀਟਰ ਦੇ ਹਿਸਾਬ ਦੇ ਨਾਲ। ਔਰ ਉਹੀ ਚੀਜ਼ ਸਾਨੂੰ ਇੱਥੇ 74 ਰੁਪਏ ਡੀਜ਼ਲ ਔਰ 82-83 ਰੁਪਏ ਦੇ ਕਰੀਬ ਪੈਟਰੋਲ ਸਾਨੂੰ ਮਿਲਦਾ ਅੱਜ ਦੀ ਡੇਟ ਦੇ ਵਿੱਚ। ਤਾਂ ਉਹਦੇ 'ਚ ਇੱਕ ਬੜੀ ਅਚੰਭੇ ਵਾਲੀ ਗੱਲ ਇਹ ਹੋਈ ਕਿ ਜਦੋਂ ਮੈਂ ਇੰਡੀਅਨ ਆਇਲ ਕਾਰਪੋਰੇਸ਼ਨ ਕੋਲੇ ਮੇਰੀ RTI ਐਪਲੀਕੇਸ਼ਨ ਗਈ ਤਾਂ ਉਹਨਾਂ ਨੇ ਮੈਨੂੰ ਸੈਕਸ਼ਨ 81D ਆਫ RTI ਐਕਟ ਕੋਟ ਕਰ ਦਿੱਤਾ, ਜਿਹਦੇ ਮੁਤਾਬਕ ਕੀ ਉਹ ਕਹਿੰਦੇ ਜੀ ਸਾਡਾ ਇਹ ਟ੍ਰੇਡ ਸੀਕ੍ਰੇਟ ਆ। ਤੇ ਹੁਣ ਟ੍ਰੇਡ ਸੀਕ੍ਰੇਟ ਕਿੱਦਾਂ ਆ? ਇੱਕ ਗਵਰਨਮੈਂਟ ਦੀ ਕੰਪਨੀ ਬਾਹਰਲੇ ਦੇਸ਼ਾਂ ਨੂੰ ਪੈਟਰੋਲ ਡੀਜ਼ਲ ਵੇਚ ਰਹੀ ਹੈ, ਜਦੋਂ ਸਾਨੂੰ ਦੂਜੀਆਂ ਕੰਪਨੀਆਂ ਇਨਫੋਰਮੇਸ਼ਨ ਦੇ ਸਕਦੀਆਂ ਤਾਂ ਫਿਰ ਇੰਡੀਅਨ ਆਇਲ ਦੀ ਕਾਹਦੀ ਸੀਕ੍ਰੇਸੀ ਹੋਈ? ਇਸ ਮੈਟਰ ਨੂੰ ਅਸੀਂ ਫਸਟ ਅਪੀਲ ਰਾਹੀਂ ਚੈਲੰਜ ਕੀਤਾ। ਫਸਟ ਅਪੀਲ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸੈਕਿੰਡ ਅਪੀਲ ਰਾਹੀਂ ਚੈਲੰਜ ਕੀਤਾ ਤਾਂ ਸੈਕਿੰਡ ਅਪੀਲ ਦੇ ਵਿੱਚ ਮਾਨਯੋਗ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਆਹ ਵਾਲੇ ਆਰਡਰ ਆ ਗਏ ਨੇ, ਜਿਹੜੇ ਕਿ ਸਾਡੇ ਹੱਕ 'ਚ ਨੇ ਆਰਡਰ। ਇਹਨਾਂ ਆਰਡਰਾਂ ਦੇ ਤਹਿਤ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੇ ਇੰਡੀਅਨ ਆਇਲ ਦੇ ਆਫੀਸਰਸ ਨੂੰ ਇਹ ਆਰਡਰ ਕਰ ਦਿੱਤੇ ਆ ਕਿ ਤੁਸੀਂ ਜੋ ਵੀ ਜਿਹੜੀ ਮੰਗੀ ਹੋਈ ਜਾਣਕਾਰੀ ਆ ਉਹ ਪੂਰੀ ਮੁਹੱਈਆ ਕਰਾਓ। ਆਹ ਡਿਸੀਜ਼ਨ ਜਿਹੜਾ ਆ ਡਿਸੀਜ਼ਨ ਦਿੱਤਾ ਹੈ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਨੇ, ਜਿਹੜੇ ਬਿਮਲ ਜੁਲਕਾ ਜੀ ਦਾ ਇਹ ਆਰਡਰ ਹੈਗਾ ਦਿੱਲੀ ਤੋਂ। ਤੇ ਇਹਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਕੇ ਆ ਵੀ ਮਤਲਬ 30 ਦਿਨ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਦੇਣੀ ਹੈਗੀ ਹੈ, ਥਰੂ ਈਮੇਲ ਇਹਨਾਂ ਨੇ ਪ੍ਰੋਵਾਈਡ ਕਰਨੀ ਆ। ਤਾਂ ਇਹ ਹੁਣ ਤਾਂ ਦੇਖੋ ਸ਼ਰੇਆਮ ਲੋਕਾਂ ਦੇ ਨਾਲ ਲੁੱਟ ਹੀ ਆ ਵੀ ਇੱਕ ਪਾਸੇ ਤੁਸੀਂ ਬਾਹਰਲੇ ਦੇਸ਼ਾਂ ਨੂੰ ਇੱਕ ਚੀਜ਼ 30-35-40 ਰੁਪਏ ਦੇ ਰਹੇ ਹੋ, ਸਾਨੂੰ ਚੀਜ਼ ਉਹੀ 70-75 ਰੁਪਏ ਮਿਲ ਰਹੀ ਹੈ, 80 ਰੁਪਏ ਮਿਲ ਰਹੀ ਹੈ। ਇਹ ਤਾਂ ਬਿਲਕੁਲ ਅਨਿਆਏ ਆ। ਟੈਕਸ ਹੁੰਦਾ, ਟੈਕਸ ਦੀ ਕੋਈ ਪਰਸੈਂਟੇਜ ਹੁੰਦੀ ਆ।
ਵੀ 18% ਲੈ ਲਿਆ ਜਾਂ 12% ਲੈ ਲਿਆ, ਇਹ ਤਾਂ ਮੁਨਾਫਾਖੋਰੀ ਆ। ਇਹ ਸਰਕਾਰ ਦੀ ਮੁਨਾਫਾਖੋਰੀ ਆ ਕਿ ਇਹ ਜਿਹੜੇ ਲੋਕ ਨੇ ਇੰਡੀਅਨ, ਉਹਨਾਂ ਦਾ ਖੂਨ ਨਿਚੋੜਿਆ ਜਾ ਰਿਹਾ ਆ। ਪਹਿਲਾਂ ਤਾਂ ਕਿਸੇ ਨੂੰ ਯਕੀਨ ਹੀ ਨਹੀਂ ਹੋਇਆ ਜਦੋਂ ਇਹ RTI ਇਨਫੋਰਮੇਸ਼ਨ ਮੰਗਾਈ ਨਾ ਜੀ। ਪਹਿਲਾਂ ਤਾਂ ਸਾਰੇ ਮੈਨੂੰ ਥੋੜ੍ਹਾ ਜਿਹਾ ਮਜ਼ਾਕੀਆ ਲੈ ਜਿਹੜਾ ਕਹਿਣ ਲੱਗ ਗਏ ਵੀ ਇੰਡੀਆ ਕਿੱਦਾਂ ਇਰਾਕ ਨੂੰ ਤੇਲ ਵੇਚ ਸਕਦਾ। ਅਤੇ ਫਿਰ ਜਦੋਂ ਮੈਂ ਲਿਸਟਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਸਾਰੀਆਂ, ਮੈਂ ਦੱਸਿਆ ਉਹਨਾਂ ਨੂੰ, ਉਹਨਾਂ ਦੇ ਪੂਰੇ ਲੈਟਰ ਪੈਡ ਵਗੈਰਾ ਦਿਖਾਏ, ਦੈਨ ਉਹਨਾਂ ਨੂੰ ਮਤਲਬ ਕਲੀਅਰ ਹੋਇਆ ਵੀ ਹਾਂ ਵੀ ਇੰਡੀਆ ਜਿਹੜਾ ਹੈਗਾ ਹਾਂਗਕਾਂਗ ਨੂੰ, ਮਲੇਸ਼ੀਆ ਨੂੰ, ਮੌਰੀਸ਼ੀਅਸ ਨੂੰ, ਸਿੰਗਾਪੁਰ ਨੂੰ, UAE ਨੂੰ ਔਰ ਹੋਰ ਜਿਹੜੇ ਕੰਟਰੀ ਨੇ ਉਹਨਾਂ ਨੂੰ ਡੀਜ਼ਲ ਪੈਟਰੋਲ ਵੇਚ ਰਿਹਾ ਹੈਗਾ ਆ। ਇਹਦੇ ਵਿੱਚ ਲਿਸਟ ਹੋਰ ਵੀ ਕੁਛ ਹੈਗੀ ਆ, ਮੈਂ ਤੁਹਾਨੂੰ ਦੇਖ ਕੇ ਦੱਸਦਾ ਲਿਸਟ ਦਾ। ਉਹ ਤਾਂ ਇਹ ਮਤਲਬ ਬੜੀ ਇਹਦੇ ਵਿੱਚ ਇੰਡੀਅਨ ਆਇਲ ਨੇ, ਆ ਦੇਖੋ ਇੰਡੀਅਨ ਆਇਲ ਨੇ ਉਹ ਲੈਟਰ ਦਿੱਤਾ ਸਾਨੂੰ ਜਿਹਦੇ ਵਿੱਚ ਇਹਨਾਂ ਨੇ ਸੈਕਸ਼ਨ 81D ਦਾ ਸਹਾਰਾ ਲਿੱਤਾ, ਸਾਨੂੰ ਇਨਫੋਰਮੇਸ਼ਨ ਦੇਣ ਤੋਂ ਮਨਾ ਕਰ ਦਿੱਤਾ। ਮੈਨੂੰ ਇਹ ਕੇਸ ਲੜਦੇ ਨੂੰ ਤਕਰੀਬਨ ਅੱਜ 2 ਸਾਲ ਦਾ ਸਮਾਂ ਹੋ ਗਿਆ। 2 ਸਾਲਾਂ ਬਾਅਦ 10 ਤਰੀਕ 8-9 ਤਰੀਕ ਨੂੰ ਮੇਰਾ ਖਿਆਲ ਹੈ ਸਾਡੀ ਹੀਅਰਿੰਗ ਸੀਗੀ, 8 ਜਾਂ 9 ਜੂਨ ਦੀ ਹੀਅਰਿੰਗ ਸੀ, ਜਿਹਦੇ ਵਿੱਚ ਇਨਫੋਰਮੇਸ਼ਨ ਕਮਿਸ਼ਨਰ ਸਾਹਿਬ ਨੇ ਆਰਡਰ ਪਾਸ ਕੀਤੇ ਕਿ ਇਹਨਾਂ ਨੇ ਇਸ ਸੈਕਸ਼ਨ ਨੂੰ ਗਲਤ ਇਨਵੋਕ ਕੀਤਾ ਕਿ ਇਹ ਇਹਨਾਂ ਦਾ ਟ੍ਰੇਡ ਸੀਕਰੇਟ ਆ। ਕੋਈ ਟ੍ਰੇਡ ਸੀਕਰੇਟ ਨਹੀਂ। ਆਹ ਦੇਖੋ ਭਾਰਤ ਪੈਟਰੋਲੀਅਮ ਲਿਖ ਕੇ ਦੇ ਰਿਹਾ ਕਿ ਉਹ ਇਰਾਕ ਨੂੰ ਪੈਟਰੋਲ ਦੇ ਰਿਹਾ। ਮਤਲਬ ਕਿੱਡੀ ਵੱਡੀ ਗੱਲ ਹੈ। ਇਹ ਕੀ ਹੈ ਕਿ ਕੱਚਾ ਤੇਲ ਤਾਂ ਉੱਥੋਂ ਲੈ ਲੈਂਦੇ ਆ ਔਰ ਉਹਨੂੰ ਉਸ ਤੋਂ ਬਾਅਦ ਰਿਫਾਈਨ ਕਰਕੇ ਜਿਹੜਾ ਆ ਬਣਿਆ ਹੋਇਆ ਤੇਲ ਜਿਹੜਾ ਪੈਟਰੋਲ ਔਰ ਡੀਜ਼ਲ ਦੀ ਸ਼ੇਪ ਦੇ ਵਿੱਚ, ਕਿਉਂਕਿ ਕਈ ਤਰ੍ਹਾਂ ਦੇ ਆਇਲ ਨਿਕਲਦੇ ਆ ਜਦੋਂ ਕਰੂਡ ਨੂੰ ਇਹ ਰਿਫਾਈਨ ਕਰਦੇ ਆ, ਅਤੇ ਕਈ ਤਰ੍ਹਾਂ ਦੇ ਆਇਲਸ ਵਿੱਚੋਂ ਨਿਕਲਦੇ ਆ ਤਾਂ ਉਹ ਇਹ ਐਕਸਪੋਰਟ ਕਰਦੇ ਹੈਗੇ ਆ। ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਉਹ ਲਿਸਟ ਹੈ ਜਿਹਦੀ ਮੈਂ ਗੱਲ ਕਰ ਰਿਹਾ ਸੀ। ਦੇਖੋ ਬਹਿਰੀਨ, ਭੂਟਾਨ, ਇਰਾਕ, ਮਲੇਸ਼ੀਆ, ਮੌਰੀਸ਼ੀਅਸ, ਨੇਪਾਲ, ਓਮਾਨ, ਸਾਊਦੀ ਅਰਬੀਆ, ਸਿੰਗਾਪੁਰ, ਸਾਊਥ ਅਫਰੀਕਾ, ਸ਼੍ਰੀਲੰਕਾ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਯੂਨਾਈਟਿਡ ਕਿੰਗਡਮਸ, ਮਤਲਬ ਇਹਨਾਂ ਕੰਟਰੀਆਂ ਨੂੰ ਪੈਟਰੋਲ ਦੇ ਰਹੇ ਆ। ਠੀਕ ਆ ਜੀ। ਔਰ ਡੀਜ਼ਲ ਜਿਹੜਾ ਹੈਗਾ ਆ, ਡੀਜ਼ਲ ਆਸਟ੍ਰੇਲੀਆ ਨੂੰ, ਬੰਗਲਾਦੇਸ਼, ਬੈਲਜੀਅਮ, ਭੂਟਾਨ, ਫਰਾਂਸ, ਜਰਮਨੀ ਔਰ ਸ਼੍ਰੀਲੰਕਾ, ਤਾਇਵਾਨ, ਤੁਰਕੀ, ਫਿਰ ਅਗੇਨ USA, UAE, UK ਅਤੇ ਮਿਆਂਮਾਰ ਵਰਗੇ ਕੰਟਰੀਆਂ ਨੂੰ ਇਹ ਦੇ ਰਹੇ ਨੇ। ਆਹ ਲਿਸਟ ਪੂਰੀ ਉਹ ਜਿਹੜੀ ਇੰਡੀਆ ਇਹਨਾਂ ਨੂੰ ਦੇ ਰਿਹਾ ਹੈਗਾ। ਅਤੇ ਪਹਿਲਾਂ ਤਾਂ ਜਦੋਂ ਖਬਰ ਲੱਗੀ ਥੋੜ੍ਹਾ ਜਿਹਾ ਲੋਕਾਂ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰਾ ਮਜ਼ਾਕ ਬਣਾਇਆ, ਕਹਿੰਦੇ ਐਵੇਂ ਤੂੰ ਥੋੜ੍ਹਾ ਠੀਕ ਨਹੀਂ ਲੱਗਦਾ, ਦਿਮਾਗੀ ਤੌਰ 'ਤੇ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ। ਮੈਂ ਕਿਹਾ ਵੀ ਇਹ ਇਨਫੋਰਮੇਸ਼ਨ ਆਈ ਆ ਅਤੇ ਮਤਲਬ ਇੱਕ ਨੈਸ਼ਨਲ ਨਿਊਜ਼ ਟਾਈਪ ਬਣੀ ਅਤੇ ਕਾਫੀ ਜ਼ਿਆਦਾ ਹੁਣ ਇਨਫੋਰਮੇਸ਼ਨ ਇਹਨਾਂ ਨੇ ਦੇਣੀ ਆ ਸਾਨੂੰ। ਅਤੇ ਉਹ 'ਤੇ ਇਹ ਇੱਕ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਪਹਿਲਾਂ ਇਨਫੋਰਮੇਸ਼ਨ ਆਉਣ ਤੋਂ ਪਹਿਲਾਂ ਕੋਈ ਵੀ ਬੰਦਾ ਅਪਲਾਈ ਕਰਦਾ ਸੀ ਇਹ ਟ੍ਰੇਡ ਸੀਕਰੇਟ ਦਾ ਬਹਾਨਾ ਕਰ ਦਿੰਦੇ ਸੀ। ਹੁਣ ਇਹ ਆਰਡਰ ਨੇ ਜਿਹੜੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਮੇਰੀ ਫੇਸਬੁੱਕ ਦੀ ਸਾਈਟ 'ਤੇ ਪਏ ਆ, ਇਹ ਆਰਡਰ ਪਾਸ ਹੋ ਗਿਆ ਕਿ ਇਹ ਕੋਈ ਟ੍ਰੇਡ ਸੀਕਰੇਟ ਨਹੀਂ। ਹਿੰਦੁਸਤਾਨ ਦਾ ਕੋਈ ਵੀ ਨਾਗਰਿਕ RTI ਐਪਲੀਕੇਸ਼ਨ ਪਾ ਕੇ ਇਹਨਾਂ ਕੋਲੋਂ ਪੈਟਰੋਲ ਡੀਜ਼ਲ ਦਾ ਪੂਰਾ ਹਿਸਾਬ ਮੰਗ ਸਕਦਾ ਵੀ ਕੀ ਭਾਅ ਤੁਹਾਨੂੰ ਪੈਂਦਾ, ਕਿਹੜੇ ਤੁਸੀਂ ਉਹਦੇ 'ਤੇ ਟੈਕਸਿਸ ਇੰਪੋਜ਼ ਕਰਦੇ ਹੋ, ਕੀ ਭਾਅ ਤੁਸੀਂ ਬਾਹਰਲੇ ਕੰਟਰੀਆਂ ਨੂੰ ਵੇਚਦੇ ਹੋ, ਕੀ ਭਾਅ ਤੁਸੀਂ ਆਪਣੇ ਮੁਲਕ ਵਾਲਿਆਂ ਨੂੰ ਵੇਚਦੇ ਹੋ। ਇਹ ਤਾਂ ਫਿਰ ਉਹ ਕੰਮ ਹੋ ਗਿਆ ਜਿੱਦਾਂ ਗੋਰੇ ਲੁੱਟ ਕੇ ਲੈ ਗਏ ਨਾ, ਵੀ ਉਹ ਸਾਰਾ ਕੁਝ ਲੁੱਟ ਕੇ ਆਪਣੇ ਮੁਲਕ ਭੇਜੀ ਜਾਂਦੇ ਸੀ। ਅਤੇ ਅੱਜ ਇਹ ਉੱਥੇ ਵੇਚੀ ਜਾਂਦੇ ਆ 30, 35, 40 ਰੁਪਏ ਨੂੰ, ਅਤੇ ਸਾਨੂੰ ਵੇਚੀ ਜਾਂਦੇ 80, 82 ਰੁਪਏ ਨੂੰ। ਸਾਡੇ ਨਾਲ ਸ਼ਰੇਆਮ ਲੁੱਟ ਹੋ ਰਹੀ ਹੈ। ਪ੍ਰਭਾ ਜੀ ਫਿਰ ਮੈਂ ਗੱਲ ਕਰਨੀ ਚਾਹਾਂ ਕਿਸੇ ਵੀ ਵਿਰੋਧੀ ਧਿਰ ਪਾਰਟੀ ਦੀ ਗੱਲ ਕਰਾਂ, ਕਈ ਲੰਗਰ ਸੇਵਾ ਲਾ ਦਿੰਦੇ ਨੇ, ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ, ਲੰਗਰ ਸੇਵਾ ਲਾਤਾ। ਉਹ ਕਿਉਂ ਭੁੱਲ ਜਾਂਦੇ ਕਿ ਉਹਨਾਂ ਦੇ ਸਮੇਂ, ਸਰਕਾਰ ਦੇ ਸਮੇਂ 'ਚ ਵੀ ਡੀਜ਼ਲ ਰੇਟ ਕਾਫੀ ਵ੍ਰਿੱਧੀ ਹੋਈ ਸੀ, ਪੈਟਰੋਲ ਵ੍ਰਿੱਧੀ ਹੋਈ ਸੀ। ਉਦੋਂ ਵੀ ਇਹਨਾਂ ਨੇ ਕਿਉਂ ਪ੍ਰਦਰਸ਼ਨ ਕਿਉਂ ਨਹੀਂ ਕੀਤੇ ਕਿ ਵਿਰੋਧੀ ਧਿਰ ਪਾਰਟੀਆਂ ਸਿਰਫ ਪੈਟਰੋਲ ਡੀਜ਼ਲ 'ਤੇ ਪ੍ਰਦਰਸ਼ਨ ਕਰਦੀਆਂ, ਕੇਂਦਰ ਸਰਕਾਰ ਨੂੰ ਕਿਉਂ ਨਹੀਂ ਘੇਰਦੀਆਂ ਕਿ ਤੁਸੀਂ ਜਿਹੜਾ ਪੈਟਰੋਲ ਤੇ ਡੀਜ਼ਲ ਹੈਗਾ ਆਯਾਤ ਕਰਦੇ ਹੋ ਫਿਰ ਉਸ ਤੋਂ ਬਾਅਦ ਨਿਰਯਾਤ ਕਰਦੇ ਹੋ, ਕਿਉਂ ਨਹੀਂ ਘੇਰਦੀਆਂ? ਕਿਉਂ ਸਿਰਫ ਖਾਨਾ ਪੂਰਤੀ ਕਰਨ ਸੇ ਵੋਟ ਬੈਂਕ ਲਈ ਨੀਤੀਆਂ ਕਰਦੀਆਂ ਨੇ? ਦੇਖੋ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਤੱਕ ਦਾ ਪੋਲੀਟੀਕਲ ਪਾਰਟੀਆਂ ਦਾ ਏਜੰਡਾ। ਜੇ ਗੱਲ ਕਰੀਏ ਕਾਂਗਰਸ ਦੀ, ਪਹਿਲਾਂ ਸੈਂਟਰ ਗਵਰਨਮੈਂਟ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ, ਉਦੋਂ ਸਾਨੂੰ ਕੋਈ ਰਾਹਤ ਨਹੀਂ ਸੀ। BJP ਦੀ ਸਰਕਾਰ ਆਈ ਤਾਂ ਸਾਨੂੰ ਕੋਈ ਰਾਹਤ ਨਹੀਂ। ਜਦੋਂ ਕਰੂਡ ਇੰਨਾ ਮਹਿੰਗਾ ਸੀ ਉਦੋਂ ਕੋਈ ਰਾਹਤ ਨਹੀਂ। ਅੱਜ ਕਰੂਡ ਜਿਹੜਾ ਆ ਮਿੱਟੀ ਦੇ ਭਾਅ ਵਿਕ ਰਿਹਾ ਆ, ਸਾਨੂੰ ਤਾਂ ਕੋਈ ਰਾਹਤ ਨਹੀਂ ਮਿਲਦੀ ਪਈ। ਸਿਰਫ ਕਾਮਨ ਮੈਨ ਤੋਂ ਮੁਨਾਫਾਖੋਰੀ ਹੋ ਰਹੀ ਹੈ। ਲੋਕਾਂ ਨੂੰ ਸਮਝਣਾ ਚਾਹੀਦਾ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਨਹੀਂ ਕਿ ਉਹਨਾਂ ਨੇ ਲੋਕਾਂ ਨੂੰ ਰਾਹਤ ਦੇਣੀ ਹੈ। ਨਹੀਂ, ਉਹਨਾਂ ਨੇ ਤਾਂ ਸਾਡਾ ਖੂਨ ਨਿਚੋੜ ਕੇ ਸਾਡੇ ਤੋਂ ਟੈਕਸ ਇਕੱਠਾ ਕਰਨਾ ਹੈ ਔਰ ਇਹ ਮੁਨਾਫਾਖੋਰੀ ਕਰਨੀ ਹੈ, ਬੇਸਿਕਲੀ ਇਹਨਾਂ ਦਾ ਮੋਟਿਵ। ਫਿਰ ਗੱਲ ਕੀਤੀ ਜਾਵੇ ਕਿਉਂ ਫਿਰ ਵੱਡੇ ਲੈਕਚਰ ਦਿੱਤੇ ਜਾਂਦੇ ਨੇ ਕਿ ਪੈਟਰੋਲ ਦੀ ਜਿਹੜੀ ਕੀਮਤ ਹੈ ਪਿੱਛੋਂ ਦੀ ਵੱਧ ਗਈਆਂ, ਇਸ ਕਰਕੇ ਜਿਹੜਾ ਪੈਟਰੋਲ ਹੈਗਾ ਵਾ ਡਾਲਰ ਦੇ ਵਿੱਚ ਬੜਤ ਹੋਣ ਦੇ ਕਾਰਨ ਰੁਪਏ 'ਚ ਗਿਰਾਵਟ ਆ ਗਈ, ਇਸ ਕਰਕੇ ਪੈਟਰੋਲ ਜਿਹੜਾ ਹੈਗਾ ਵੱਧ ਗਿਆ ਵਾ, ਡੀਜ਼ਲ ਵੱਧ ਗਿਆ। ਇੱਦਾਂ ਦੇ ਕਿਉਂ ਸਟੈਂਟ ਕੀਤੇ ਜਾਂਦੇ ਨੇ? ਇਹਨਾਂ ਨੇ ਨਾ ਜੀ ਕੁਛ ਆਪਣਾ
ਮਤਲਬ ਮੇਨਟੇਨ ਕਰਕੇ ਰੱਖਣਾ ਹੁੰਦਾ ਹੈ ਕਿ ਅਸੀਂ ਅੱਜ ਸਰਕਾਰ ਦਾ ਮੰਨ ਲਓ ਕੋਈ ਬਿਆਨ ਨਹੀਂ ਹੈ ਇਸ ਚੀਜ਼ ਤੇ। ਅੱਜ ਕਰੂਡ ਆਇਲ ਤੁਸੀਂ ਗੂਗਲ ਤੇ ਚੱਲ ਜਾਓ, ਸਰਚ ਕਰ ਲਓ ਕਿ ਕੀ ਭਾਅ ਕਰੂਡ ਆਇਲ ਚੱਲਦਾ ਪਿਆ, ਤੁਹਾਨੂੰ ਪਤਾ ਲੱਗ ਜਾਊਗਾ। ਰਿਫਾਈਨ ਕਰਨ ਦੇ ਉੱਤੇ ਤੁਸੀਂ ਬ੍ਰੇਕਅਪ RTI ਦੇ ਵਿੱਚ ਹਰ ਇਨਸਾਨ RTI ਪਾ ਕੇ ਲਵੇ ਵੀ ਬ੍ਰੇਕਅਪ ਦੇ ਵਿੱਚ ਰਿਫਾਈਨ ਕਰਨ ਦੇ ਵਿੱਚ ਕੀ ਤੁਹਾਨੂੰ ਕੋਸਟ ਪੈਂਦਾ ਪਿਆ, ਕੀ ਭਾਅ ਤੁਸੀਂ ਕੰਪਨੀਆਂ ਨੂੰ ਵੇਚ ਰਹੇ ਹੋ। ਇੰਡੀਅਨ ਆਇਲ ਕਾਰਪੋਰੇਸ਼ਨ ਮਤਲਬ ਜਾ ਰਹੇ ਆ, ਕਿੰਨੇ ਕਿੰਨੇ ਟੈਕਸਿਸ ਲੱਗ ਰਹੇ ਨੇ। ਇਹ ਜਿਹੜਾ ਵੀ ਜੋ ਕੁਝ ਵੀ ਹੁੰਦਾ ਨਾ ਸਭ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਤੱਕ ਦਾ ਕੰਮ ਆ, ਹੋਰ ਇਹਨਾਂ ਨੂੰ ਕੋਈ ਇਹਦੇ ਤੱਕ ਹੀ ਨਹੀਂ ਹੈ ਜੀ। ਮੈਂ ਗੱਲ ਕਰਾਂ ਜਿੱਦਾਂ ਅਲੱਗ-ਅਲੱਗ ਬੈਰਲ ਜਿੱਦਾਂ ਟੈਂਕਰ ਹੁੰਦੇ ਨੇ, ਡੀਜ਼ਲ ਦੀ ਗੱਲ ਕਰਾਂ, ਪੈਟਰੋਲ ਦੀ ਗੱਲ ਕਰਾਂ, ਮੈਂ ਰਿਲਾਇੰਸ ਪੈਟਰੋਲ ਪੰਪ ਦੀ ਗੱਲ ਕਰਾਂ, ਹਿੰਦੁਸਤਾਨ ਦੀ ਗੱਲ ਕਰਾਂ, ਜਾਂ ਮੈਂ ਹੋਰ ਕਿਸੇ ਪੈਟਰੋਲ ਪੰਪ ਦੀ ਗੱਲ ਕਰਦਾ ਵਾਂ ਜਿਨ੍ਹਾਂ ਦੇ ਜਿਹੜੇ ਟੈਂਕਰ ਹੁੰਦੇ ਨੇ 12,000 ਲੀਟਰ ਤੋਂ ਲੈ ਕੇ 23,000 ਤੋਂ 24,000 ਲੀਟਰ ਤੱਕ ਦੇ ਹੁੰਦੇ ਨੇ। ਇਹ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਜੀ? ਇੰਨੇ ਟੈਂਕਰਾਂ ਦੇ ਵਿੱਚ ਇਹਨਾਂ ਦਾ ਡੀਜ਼ਲ ਤੇ ਪੈਟਰੋਲ ਕਿਸ ਹਿਸਾਬ ਦੇ ਨਾਲ ਹੁੰਦਾ ਕਿ ਕਿਸ ਹਿਸਾਬ ਦੇ ਨਾਲ ਫਿਰ ਇਹ ਰੇਟ ਤੈਅ ਕਰਦੇ ਨੇ? ਸਟੇਟ GST, ਸੈਂਟਰ GST ਕਿੱਦਾਂ ਫਿਰ ਇਨਕਲੂਡ ਕਰਦੇ ਨੇ? ਟੈਂਕਰਾਂ ਦੀ क्षमता ਘੱਟ ਹੋਣ ਦੇ ਕਾਰਨ, ਟੈਂਕਰਾਂ ਦੀ क्षमता ਵੱਧ ਹੋਣ ਦੇ ਕਾਰਨ ਕਿਸ ਹਿਸਾਬ ਦੇ ਨਾਲ ਫਿਰ ਕਾਲਾਬਾਜ਼ਾਰੀ ਚੱਲ ਰਹੀ ਹੈ? ਇਹ ਐਕਚੁਅਲੀ ਕੀ ਹੈ, ਸਾਰਾ ਜਿਹੜਾ ਗੇਮ ਹੈਗਾ ਨਾ, ਇਹ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਟੈਕਸਿਸ ਦੀ ਗੇਮ ਆ। ਮਤਲਬ ਟੈਕਸ, ਜਿਹਨੂੰ ਟੈਕਸ ਅਸੀਂ ਲੁੱਟ ਕਹਿੰਦੇ ਆ, ਇਹ ਟੈਕਸ ਕਹਿੰਦੇ ਆ, ਇਹਨੂੰ ਅਸੀਂ ਲੁੱਟ ਕਹਿੰਦੇ ਆ। ਕੀ ਹੈ ਕਿ ਸਟੇਟ ਗੌਰਮੈਂਟ ਆਪਣਾ ਲਾ ਦਿੰਦੀ ਹੈ, ਸੈਂਟਰ ਗੌਰਮੈਂਟ ਆਪਣਾ ਲਾ ਦਿੰਦੀ ਹੈ। ਉੱਥੋਂ ਟੈਂਕਰ ਚੱਲਿਆ 12,000 ਲੀਟਰ ਤੋਂ ਲੈ ਕੇ 24,000 ਲੀਟਰ ਦਾ ਟਰਾਂਸਪੋਰਟੇਸ਼ਨ ਪੈ ਗਈ। ਪੈਟਰੋਲ ਪੰਪ ਵਾਲੇ ਜਿਹੜੇ ਨੇ ਉਹਨਾਂ ਨੂੰ ਤਾਂ ਇੱਕ ਫਿਕਸ ਕਮਿਸ਼ਨ ਮਿਲਣੀ, ਉਹਨਾਂ ਦਾ ਤੈਅ ਆ ਵੀ ਉਹਨਾਂ ਨੇ ਜੋ ਵੀ ਸਰਕਾਰ ਨੇ ਪਰਸੈਂਟੇਜ ਫਿਕਸ ਕੀਤੀ ਹੈ, ਜੋ ਵੀ ਰੁਪਈਆ 2 ਰੁਪਈਏ 3 ਰੁਪਈਏ ਜੋ ਵੀ ਸਰਕਾਰ ਨੇ ਫਿਕਸ ਕੀਤਾ ਪਰ ਲੀਟਰ ਦੇ ਮਗਰ ਉਹਨਾਂ ਨੂੰ ਤਾਂ ਉਹ ਮਿਲਣਾ ਆ। ਲੇਕਿਨ ਉਹ ਜਿਹੜਾ ਵੱਡਾ ਗੈਪ ਹੈ ਉਹ ਕਿੱਥੇ ਜਾ ਰਿਹਾ? ਵੱਡਾ ਗੈਪ ਜਿਹੜਾ ਆ, ਪਹਿਲਾਂ ਤਾਂ ਸਟੇਟ ਗੌਰਮੈਂਟ ਗਲਾ ਜਿਹੜਾ ਆ ਘੁੱਟਦੀ ਹੈ ਆਮ ਆਦਮੀ ਦਾ, ਕਾਮਨ ਮੈਨ ਦਾ, ਫਿਰ ਸੈਂਟਰ ਗੌਰਮੈਂਟ ਘੁੱਟਦੀ ਆ। ਤੁਸੀਂ ਕਦੇ ਸੋਚਿਆ ਇਸ ਗੱਲ ਨੂੰ ਵੀ ਮੰਨ ਲਓ ਜੇ ਮੈਂ ਅੱਜ ਗੱਡੀ ਦੇ ਵਿੱਚ 2,000 ਰੁਪਏ ਦਾ ਡੀਜ਼ਲ ਪਵਾਇਆ, 2,000 ਦਾ ਡੀਜ਼ਲ ਪਵਾ ਕੇ ਡੀਜ਼ਲ ਦੀ ਜਿਹੜੀ ਅਸਲ ਵੈਲਿਊ ਸੀ ਮੈਨੂੰ ਤਾਂ 700 ਰੁਪਏ ਦਾ ਹੀ ਮਿਲਿਆ, 1,300 ਰੁਪਏ ਤਾਂ ਮੈਂ ਟੈਕਸ ਦੇ ਦਿੱਤਾ। ਤੇ ਫਿਰ ਸਰਕਾਰ ਕਹਿੰਦੀ ਹੈ ਜੀ ਇੰਡੀਆ ਦੇ ਲੋਕ ਟੈਕਸ ਨਹੀਂ ਦਿੰਦੇ। ਉਹ ਹੋਰ ਟੈਕਸ ਕਿੱਦਾਂ ਲੈਣਾ ਤੁਸੀਂ ਸਾਡੇ ਕੋਲੋਂ? ਸਾਨੂੰ ਮਾਰ ਦੇਣਾ ਹੁਣ ਤੁਸੀਂ। ਟੈਕਸ ਕਿੱਦਾਂ ਲੈਣਾ ਆ? 1,300 ਰੁਪਈਆ ਇੱਕ ਵਾਰੀ ਗੱਡੀ ਫੁੱਲ ਕਰਾਈ ਮੈਂ, ਹਫਤਾ ਚੱਲਦਾ, 1,300 ਰੁਪਈਆ ਤੁਹਾਨੂੰ ਇੱਕ ਵਾਰੀ ਟੈਕਸ ਪੇ ਕਰਤਾ, 700 ਦਾ ਤੁਸੀਂ ਮੈਨੂੰ ਚੀਜ਼ ਦਿੱਤੀ, 2,000 ਰੁਪਈਆ ਲੈ ਲਿਆ। ਤੇ ਇਹ ਤਾਂ ਲੁੱਟ ਹੈ ਸ਼ਰੇਆਮ। ਇਹ ਲੋਕਾਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਆ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਰੋਹਿਤ ਜੀ ਕਿ ਜਿਹੜੇ ਪੈਟਰੋਲ ਜਿੱਥੋਂ ਆਪਾਂ ਡੀਜ਼ਲ ਤੇ ਪਵਾਈਏ ਜਾਂ ਪੈਟਰੋਲ ਪਾਈਏ ਆਪਣੀ ਗੱਡੀ ਨੂੰ ਆਪਾਂ ਫੁੱਲ ਕਰਾਉਂਦੇ ਹਾਂ ਕਿ ਇੱਕ ਕੰਪਿਊਟਰਾਈਜ਼ ਇੱਕ ਪਰਚੀ ਨਿਕਲਦੀ ਹੈ, ਤੁਸੀਂ ਦੇਖੀ ਹੋਣੀ ਹੈ ਪਰਚੀ ਨਿਕਲਦੀ, ਕਈ ਲੋਕ ਉਸ ਪਰਚੀ ਨੂੰ ਹੀ ਲੈਂਦੇ। ਫਿਰ ਬਾਅਦ 'ਚ ਜਦੋਂ ਲੋਕਾਂ ਦੇ ਮੋਟਰਸਾਈਕਲ ਜਾਂ ਗੱਡੀਆਂ ਦੇ ਵਿੱਚ ਤੇਲ ਘੱਟ ਹੁੰਦਾ ਵਾ ਤੇ ਉੱਥੇ ਚੈੱਕ ਕਰਾਇਆ ਜਾਂਦਾ। ਕਈ ਵਾਰੀ ਪੈਟਰੋਲ ਪੰਪ ਵਾਲੇ ਇਸ਼ੂ ਬਣਾਉਂਦੇ ਨੇ ਕਿ ਤੁਹਾਡੇ ਕੋਲ ਸਬੂਤ ਕੀ ਹੈ, ਪਰਚੀ ਕਿੱਥੇ ਹੈ। ਕਿ ਲੋਕਾਂ ਨੂੰ ਚਾਹੀਦਾ ਕਿ ਉਹ ਪਰਚੀ ਆਪਣੇ ਕੋਲ ਰੱਖਣੀ ਚਾਹੀਦੀ। ਉਹਦੇ ਜਿਹੜੇ ਟੈਕਸ ਲੱਗੇ ਹੁੰਦੇ ਨੇ ਇਨਕਲੂਡਿੰਗ ਸਾਰੇ ਸਟੇਟ ਤੇ ਸੈਂਟਰ ਦੇ ਟੈਕਸ ਜਿਹੜੇ ਲੱਗੇ ਹੁੰਦੇ ਨੇ, ਉੱਥੋਂ ਪਤਾ ਲੱਗ ਜੂਗਾ ਕਿੰਨੇ ਲੀਟਰ ਤੇਲ ਜਿਹੜਾ ਪਿਆ ਕਾਲਾਬਾਜ਼ਾਰੀ ਇੱਥੇ ਤੱਕ ਲੋਕਾਂ ਦੀ ਜੇਬ ਕੱਟਣ ਤੋਂ ਬਚੀ ਜਾ ਸਕਦੀ ਹੈ। ਦੇਖੋ ਜਿੱਥੋਂ ਤੱਕ ਤਾਂ ਹਰ ਬੰਦੇ ਨੂੰ ਨਾ ਜਦੋਂ ਪੈਟਰੋਲ ਪਵਾਵੇ ਉਹਨੂੰ ਆਪਣਾ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ, ਕਿਉਂਕਿ ਕੱਲ੍ਹ ਨੂੰ ਡਿਸਪਿਊਟ ਇਹ ਖੜਾ ਹੋ ਜਾਂਦਾ ਜੀ ਕਿ ਮੇਰੇ ਤੁਸੀਂ ਘੱਟ ਪਾ ਦਿੱਤਾ, ਵੱਧ ਪਾ ਦਿੱਤਾ। ਫਿਰ ਉਹ ਪੈਟਰੋਲ ਪੰਪ ਓਨਰ ਦੀ ਜਿੰਨੇ ਪੈਟਰੋਲ ਪਵਾਇਆ ਹੁੰਦਾ ਕਸਟਮਰ ਦੇ ਨਾਲ ਝੜਪ ਹੁੰਦੀ ਆ। ਚਲੋ CCTV ਫੁਟੇਜ 'ਚ ਵੀ ਹੁੰਦਾ ਵੀ ਕੌਣ ਬੰਦਾ ਆਇਆ ਪੰਪ ਤੇ, ਕੌਣ ਚਲਿਆ ਹੈਗਾ, ਲੇਕਿਨ ਉਹ ਮਸ਼ੀਨ ਦੇ ਉੱਤੇ ਕੈਮਰਾ ਨਹੀਂ ਹੁੰਦਾ, ਡਿਜਿਟ ਜਿਹੜੇ ਉਹ ਪੜ੍ਹੇ ਨਹੀਂ ਜਾ ਸਕਦੇ। ਇਸ ਲਈ ਹਰ ਆਦਮੀ ਨੂੰ ਬਿੱਲ ਲੈਣਾ ਚਾਹੀਦਾ। ਪਰ ਜਿੱਥੋਂ ਤੱਕ ਰਹੀ ਗੱਲ ਤੁਸੀਂ ਕਰ ਰਹੇ ਹੈਗੇ ਹੋ ਕਿ ਬਿੱਲ ਦੇ ਉੱਤੇ ਟੈਕਸਿਸ ਦਾ ਸਵਾਲ, ਬਿੱਲ ਦੇ ਉੱਤੇ ਸਰਕਾਰ ਕਦੇ ਟੈਕਸ ਨਹੀਂ ਲਾਏਗੀ। ਮੈਂ ਕਹਿੰਦਾ ਚਲੋ ਜੇ ਸਰਕਾਰ ਫੇਅਰ ਹੈ ਨਾ, ਸਰਕਾਰ ਆਪਣੀ ਵੈਬਸਾਈਟ ਦੇ ਉੱਤੇ ਪਾ ਦੇਵੇ ਵੀ ਇੰਨੇ 'ਚ ਅਸੀਂ ਕੱਚਾ ਤੇਲ ਮੰਗਾਇਆ, ਇੰਨੇ ਦੇ ਵਿੱਚ ਸਾਨੂੰ ਰਿਫਾਈਨ ਕਾਸਟ ਪਈ, ਇੰਨਾ ਅਸੀਂ ਪ੍ਰੋਫਿਟ ਕਮਾਇਆ, ਪ੍ਰੋਫਿਟ ਕਮਾਉਣ ਤੋਂ ਬਾਅਦ ਅਸੀਂ ਫਿਰ ਮੁੜ ਕੇ ਬਾਕੀ ਆਮ ਆਦਮੀ ਦੀ ਚਮੜੀ ਦੇੜ ਦਿੱਤੀ। ਪਾਓ ਜਰਾ ਫੇਸਬੁੱਕ ਇਹਦੇ 'ਤੇ ਆਪਣੀ ਵੈਬਸਾਈਟ 'ਤੇ ਪਾਓ ਤੇ ਲੋਕਾਂ ਨੂੰ ਪਤਾ ਲੱਗੇ। ਅਸੀਂ ਤਾਂ ਰੌਲਾ ਪਾਉਂਦੇ ਪਏ ਹਾਂ ਕਿੰਨੀ ਦੇਰ ਦਾ ਇਸ ਚੀਜ਼ ਦਾ ਵੀ ਇਹ ਧੱਕਾ ਹੋ ਰਿਹਾ। ਸਬਰਵਾਲ ਜੀ ਜਦੋਂ ਸਰਕਾਰ ਨੇ ਜਦੋਂ ਆਹੀ ਪਾਤਾ ਫਿਰ ਲੋਕ ਜਿਹੜੇ ਹੈਗੇ ਨੇ ਖੁਦ ਹੀ ਉਜਾਗਰ ਹੋ ਜਾਣਗੇ, ਲੋਕਾਂ ਨੂੰ ਪਤਾ ਲੱਗ ਜੂ ਸਰਕਾਰ ਕਿੱਦਾਂ ਕਾਲਾਬਾਜ਼ਾਰੀ ਕਰ ਰਹੀ ਹੈ। ਬਿਲਕੁਲ ਸਰਕਾਰ ਕਾਲਾਬਾਜ਼ਾਰੀ ਕਰ ਰਹੀ ਹੈ। ਲੋਕਾਂ ਨੂੰ ਚਾਹੀਦਾ ਵੀ ਵੱਧੋ ਵੱਧ ਇਸ ਮੈਟਰ ਨੂੰ ਚੱਕਣ, ਸ਼ੇਅਰ ਕਰਨ, ਆਪਣੇ ਏਰੀਏ ਦੇ MLA ਨੂੰ, ਆਪਣੇ ਏਰੀਏ ਦੇ ਮੈਂਬਰ ਪਾਰਲੀਮੈਂਟ ਨੂੰ, ਕਿਉਂਕਿ ਇਹਦੇ ਵਿੱਚ ਕੱਲਾ ਕਸੂਰ ਤੁਸੀਂ ਕਹੋ ਸੈਂਟਰ ਗੌਰਮੈਂਟ ਦਾ ਜਾਂ ਕੱਲਾ ਸਟੇਟ ਗੌਰਮੈਂਟ, ਦੋਨਾਂ ਦਾ ਹੀ ਆ। ਜੇ ਸਟੇਟ ਦੇ ਵਿੱਚ ਕਾਂਗਰਸ ਆ ਤੇ ਸੈਂਟਰ 'ਚ BJP ਆ ਤਾਂ ਦੋਨਾਂ ਹੱਥਾਂ ਨਾਲ ਲੁੱਟ ਰਹੇ ਪਬਲਿਕ ਨੂੰ। ਕੋਈ ਇੱਕ ਪੋਲੀਟੀਕਲ ਪਾਰਟੀ ਨਹੀਂ ਲੁੱਟ ਰਹੀ ਹੈਗੀ, ਉਹ ਸਿਰਫ ਵਾਰੀ ਬੰਨੀ ਹੋਈ ਆ। ਹੁਣ ਉੱਥੋਂ ਪਹਿਲਾਂ ਉਹ ਟੈਕਸ ਲਾ ਕੇ ਤੋੜ ਦਿੰਦੇ ਨੇ ਐਡਾ ਵੱਡਾ, ਫਿਰ ਇੱਥੇ ਲੱਗ ਜਾਂਦਾ ਆ ਤੇ ਆਮ ਆਦਮੀ ਪਰੇਸ਼ਾਨ ਹੁੰਦਾ ਆ। ਸਬਰਵਾਲ ਜੀ ਤੁਸੀਂ ਇੱਕ ਗੱਲ ਕੀਤੀ ਹੈ MLA ਨੂੰ ਕਹਿਣਾ ਚਾਹੀਦਾ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ, ਤੁਸੀਂ ਵੀ ਨੋਟ ਕੀਤੀ ਹੋਊਗੀ, ਜਿੰਨੇ ਵੀ ਜਿਹੜੇ ਵਿਧਾਇਕ ਹੁੰਦੇ ਨੇ ਤੁਸੀਂ ਖੁਦ ਦੇਖਿਆ ਹੋਊਗਾ ਜ਼ਿਆਦਾਤਰ ਜਿਹੜੇ ਪੈਟਰੋਲ ਪੰਪ ਹੁੰਦੇ ਨੇ ਕਿਸੇ ਮੰਤਰੀਆਂ ਦੇ ਹੁੰਦੇ ਨੇ, ਵਿਧਾਇਕਾਂ ਦੇ ਹੁੰਦੇ ਨੇ। ਆਮ ਪਬਲਿਕ ਦੇ ਘੱਟ ਹੋਣਗੇ। ਲੁਧਿਆਣਾ ਸ਼ਹਿਰ ਵਰਗੇ ਦੀ ਗੱਲ ਕਰ ਲਾਂ ਤੇ ਜਿਹੜੇ ਵਿਧਾਇਕ ਜਿਹੜੇ ਕਹਿ ਲਓ
ਵਿਰੋਧੀ ਧਿਰ ਦੇ ਵਿਧਾਇਕਾਂ ਦੀ ਗੱਲ ਕਰ ਲਾਂ, ਚਾਹੇ ਮੌਜੂਦਾ ਵਿਧਾਇਕਾਂ ਦੀ ਗੱਲ ਕਰ ਲਾਂ, ਉਹਨੇ ਵੀ 3-3 4-4 ਪੈਟਰੋਲ ਪੰਪ ਹੈਗੇ ਨੇ, ਫਿਰ ਉਹ ਲੋਕਾਂ ਨੂੰ ਕਿੱਥੋਂ ਕਹਿ ਦੇਣਗੇ ਕਿ ਹਾਂ ਵੀ ਇਹ ਸਾਨੂੰ ਆਹ ਰੇਟ ਆਉਂਦਾ। ਨਹੀਂ ਇਸ ਤਰ੍ਹਾਂ ਹੈ ਵੀ ਰੇਟ ਆਂਦਾ ਉਹ ਤਾਂ ਚਲੋ ਉਹ ਡਿਸਕਲੋਜ਼ ਕਰ ਦੇਣਗੇ, ਉਹ ਉਹਨਾਂ ਲੋਕਾਂ ਦਾ MLAs ਦਾ ਬਿਜ਼ਨਸ ਹੋ ਸਕਦਾ ਹੈ ਵੀ ਉਹਨਾਂ ਦੇ 3 ਪੰਪ ਨੇ 5 ਪੰਪ ਨੇ। ਮੈਂ ਤਾਂ ਕਹਿੰਦਾ ਤੁਸੀਂ ਇਹਨਾਂ ਕੋਲੋਂ ਇੱਕ ਪੋਲੀਟੀਕਲ ਪਲੇਟਫਾਰਮ ਤੇ ਕੁਐਸਚਨ ਕਰੋ ਵੀ ਭਾਈ ਤੁਹਾਡੀ ਪਾਰਟੀ ਨੇ ਸਾਡੇ ਤੇ ਇੰਨਾ ਵੱਡਾ ਟੈਕਸ ਥੋਪਿਆ ਹੋਇਆ ਹੈ, ਤੁਸੀਂ ਸਟੇਟ ਦੇ ਮੁੱਖ ਮੰਤਰੀ ਨੂੰ ਇਹ ਸਾਡੀ ਗੱਲ ਕਿਉਂ ਨਹੀਂ ਪਹੁੰਚਾਉਂਦੇ ਵੀ ਸਾਡੇ ਤੇ ਸਾਨੂੰ ਥੋੜੀ ਰਾਹਤ ਦਿੱਤੀ ਜਾਵੇ, ਸਾਡੇ ਤੇ ਇਹ ਜਿਹੜਾ ਲੁੱਟ ਵਾਲਾ ਟੈਕਸ ਹੈ ਇਹ ਬੰਦ ਕਰਕੇ ਜੋ ਜੈਨੂਇਨ ਟੈਕਸ ਹੈ, ਤੁਸੀਂ ਜੋ 10-12% 15% 18% ਜੋ ਵੀ ਹੈਗਾ ਤੁਸੀਂ ਉਹ ਲੈ ਲਓ, ਤੁਸੀਂ ਲੁੱਟ ਵਾਲਾ ਟੈਕਸ ਕਿਉਂ ਲਾਇਆ ਹੋਇਆ ਆ? ਉਹ ਕਿਉਂ ਕਹਿਣਗੇ ਜਦੋਂ ਸਰਕਾਰ ਨੂੰ ਇੰਨਾ ਮੋਟਾ ਟੈਕਸ ਜਾ ਰਿਹਾ, ਸਰਕਾਰ ਨੂੰ ਉਹਦਾ ਫੰਡ ਆ ਰਿਹਾ, ਸਭ ਕੁਝ ਆ ਰਿਹਾ, ਉਹ ਕਿਉਂ ਕਹਿਣਗੇ? ਉਹ ਤਾਂ ਕਹਿਣਗੇ ਕਿ ਸਾਨੂੰ ਜਿੱਥੋਂ ਪੈਸਾ ਆ ਰਿਹਾ ਆਪਾਂ ਪੈਸਾ ਆਪਣਾ ਬੰਦ ਕਿਉਂ ਕਰ ਦਈਏ? ਨਹੀਂ ਉਹ ਕਿਉਂ ਕਹਿਣਗੇ? ਫਿਰ ਪਬਲਿਕ ਨੂੰ ਮਾਰ ਦਿਓ, ਫਿਰ ਇਹੀ ਹੈਗਾ, ਫਿਰ ਤੁਸੀਂ ਰੋਜ਼ ਮਤਲਬ ਜ਼ਹਿਰ ਦੇ ਕੇ ਮਾਰ ਦਿਓ ਲੋਕਾਂ ਨੂੰ, ਫਿਰ ਇਹੀ ਹੋ ਸਕਦਾ ਜੀ। ਹੁਣ ਕਿੰਨਾ ਕੁ ਅਸੀਂ ਕਿੱਥੇ ਕਿੱਥੇ ਦੇਈ ਜਾਈਏ? ਜੇ ਹੁਣ ਮੈਂ ਚਲੋ ਇਹ ਕੰਮ ਗੱਲ ਕਰਦਾ, ਸਰਕਾਰ ਕਹਿੰਦੀ ਜੀ ਲੋਕੀ ਟੈਕਸ ਨਹੀਂ ਦਿੰਦੇ, ਮੈਂ ਇੱਕ ਬਿਜ਼ਨਸਮੈਨ ਆ, ਮੈਂ ਬਹੁਤ ਜ਼ਿਆਦਾ ਤਜਰਬਾ ਦੇਖਿਆ ਕਿ ਕੋਈ ਵਪਾਰੀ ਅਗਰ ਚੋਰੀ ਕਰੂਗਾ ਨਾ ਉਹ ਵੱਧੋ ਵੱਧ ਵਿਚਾਰਾ ਥੋੜ੍ਹਾ ਜਿਹਾ ਇਨਕਮ ਟੈਕਸ ਚੋਰੀ ਕਰ ਲੂਗਾ, ਨਹੀਂ ਤਾਂ ਸਵੇਰੇ ਉੱਠ ਕੇ ਪੇਸਟ ਵੀ ਕਰਦੇ ਹੋ ਨਾ, ਤੇ ਪੇਸਟ ਤੇ ਵੀ ਤੁਸੀਂ GST ਪੇ ਕੀਤਾ ਹੁੰਦਾ, ਕੋਈ ਤੁਸੀਂ ਟੈਕਸ ਨਹੀਂ ਚੋਰੀ ਕੀਤਾ ਹੁੰਦਾ। ਤਾਂ ਇਹ ਬਿਲਕੁਲ ਉਹਦਾ ਸਾਨੂੰ ਕੋਈ, ਤੁਸੀਂ ਕਿੰਨਾ ਪੈਸਾ ਸਾਡੇ ਤੋਂ ਟੈਕਸਿਸ ਦੇ ਰੂਪ ਦੇ ਵਿੱਚ ਲੈ ਰਹੇ ਹੋ, ਸਾਨੂੰ ਮਿਲ ਕੀ ਰਿਹਾ ਵਾਪਸ? ਸਾਨੂੰ ਟੁੱਟੀਆਂ ਹੋਈਆਂ ਸੜਕਾਂ ਮਿਲ ਰਹੀਆਂ ਨੇ, ਟੋਲ ਸਾਡੇ ਤੋਂ ਫੇਰ ਲਈ ਜਾਂਦੇ ਹੋ, ਪੈਟਰੋਲ ਦੇ ਉੱਤੇ ਕਈ ਗੁਣਾ ਜ਼ਿਆਦਾ ਤੁਸੀਂ ਮੁਨਾਫਾਖੋਰੀ ਕਰ ਰਹੇ ਹੋ। ਮਤਲਬ ਕਾਮਨ ਮੈਨ ਦਾ ਤਾਂ ਬਿਲਕੁਲ ਬਸ ਕਰਾਈ ਪਈ ਹੈ, ਕੋਈ ਵੀ ਸਰਕਾਰ ਹੋਵੇ, ਚਾਹੇ ਸਟੇਟ ਗੌਰਮੈਂਟ ਹੋਵੇ ਚਾਹੇ ਸੈਂਟਰ ਗੌਰਮੈਂਟ ਹੋਵੇ, ਬਸ ਕਰਾਈ ਪਈ ਹੈ ਇਹਨਾਂ ਨੇ ਕਾਮਨ ਮੈਨ ਦੀ। ਇੱਕੋ ਸਵਾਲ ਹੈ ਜੀ, 36 ਤੋਂ 40 ਰੁਪਏ ਆਯਾਤ ਕਰਕੇ ਫਿਰ ਨਿਰਯਾਤ ਕਰਨਾ, ਮਤਲਬ ਖਰੀਦ ਕੇ ਫਿਰ ਵੇਚਣਾ। ਕੰਟਰੀਆਂ ਤੁਸੀਂ ਦੱਸੀਆਂ ਜਿਹੜੀਆਂ ਤੁਹਾਡੇ 'ਤੇ ਯਕੀਨ ਵੀ ਨਹੀਂ ਕੀਤਾ ਸੀਗਾ ਕਿ ਹਾਂ ਵੀ ਇਸ ਕੰਟਰੀ ਦਾ ਤੇਲ ਜਿਹੜਾ ਹੈਗਾ ਆਯਾਤ ਕੀਤਾ ਜਾ ਸਕਦਾ, ਲੇਕਿਨ ਉੱਥੇ ਆਯਾਤ ਕਰਕੇ ਰਿਫਾਈਨਰੀ ਨੂੰ ਲੈ ਕੇ ਪਹਿਲੇ ਖਰੀਦ ਲਿਆ, ਫਿਰ ਉੱਥੇ 5-10 ਰੁਪਏ ਦਾ ਫਰਕ ਦੇ ਕੇ ਵੇਚਦਾ, ਲੇਕਿਨ ਉੱਧਰਲੀ ਪਬਲਿਕ ਨੂੰ ਇੰਨੀ ਸਹੂਲਤ ਦੇਣੀ ਤੇ ਆਪਣੇ ਇੰਡੀਆ ਦੀ ਪਬਲਿਕ ਨੂੰ ਸਹੂਲਤ ਨਾ ਦੇਣੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਨਹੀਂ ਸੱਭਰਵਾਲ ਜੀ? ਇਹੀ ਤਾਂ ਮੈਂ ਕਹਿ ਰਿਹਾ ਵੀ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੇ ਨੇ, ਇਹ ਅੰਗਰੇਜ਼ਾਂ ਨਾਲੋਂ ਵੀ ਮਾੜੇ ਨੇ। ਉਹ ਆਪਣੀ ਪਬਲਿਕ ਨਾਲ ਲੁੱਟ ਨਹੀਂ ਸੀ ਕਰਦੇ ਹੁੰਦੇ, ਉਹ ਲੁੱਟ ਕਰਦੇ ਸੀ ਸਾਡੇ ਨਾਲ ਜਦੋਂ ਸੀਗੇ। ਇਹ ਸਾਨੂੰ ਲੁੱਟੀ ਜਾਂਦੇ ਆ, ਉਹਨਾਂ ਨੂੰ ਰਾਹਤ ਦੇਈ ਜਾਂਦੇ ਆ ਦੂਜੇ ਮੁਲਕਾਂ ਨੂੰ। ਉਹ ਬਈ ਤੁਸੀਂ ਉਹਨਾਂ ਨੂੰ ਵੇਚੋ 70-75 ਰੁਪਈਏ ਤੇ ਸਾਨੂੰ ਤੁਸੀਂ ਰਾਹਤ ਦਿਓ, ਤੁਸੀਂ 35 ਦੀ ਜਗ੍ਹਾ 40 ਲੈ ਲਓ, 45 ਲੈ ਲਓ, ਸਾਨੂੰ ਰਾਹਤ ਦਿਓ, ਤੁਸੀਂ ਜਿਹੜੀ ਰਾਹਤ ਦੇਣੀ ਬਣਦੀ ਆ। ਤੋ ਸਾਡੇ ਨਾਲ ਤਾਂ ਜੋ ਗੋਰਿਆਂ ਨੇ ਸਾਡੇ ਤੇ ਕੀਤੀ ਤਸ਼ੱਦਦ, ਉਹਦੇ ਨਾਲੋਂ ਵੱਧ ਤਸ਼ੱਦਦ ਤਾਂ ਇਹ ਪੋਲੀਟੀਕਲ ਪਾਰਟੀਆਂ ਸਾਡੇ ਤੇ ਕਰ ਰਹੀਆਂ ਨੇ। ਇਹ ਗੱਲ ਮੰਨਣੀ ਪੈਣੀ ਹੈ ਵੀ ਉਹ ਤੁਸੀਂ ਬਾਹਰਲਾ ਬੰਦਾ ਤੁਸੀਂ ਦੇਖੋ, ਉਹਨੂੰ ਤੁਸੀਂ 30-35-40 ਰੁਪਏ ਵੇਚ ਰਹੇ ਹੋ, ਜਿਹੜਾ ਘਰ ਦਾ ਬੰਦਾ ਜਿਹੜਾ ਤੁਹਾਡਾ ਸਿਟੀਜ਼ਨ ਆ ਉਹਨੂੰ ਤੁਸੀਂ 75 ਤੋਂ 80 ਰੁਪਏ ਵੇਚ ਰਹੇ ਹੋ। ਹੁਣ ਹੋਰ ਕੀ ਕੈਲਕੂਲੇਸ਼ਨ ਲਾਣੀ ਆਪਾਂ? ਕੀ ਰਹਿ ਗਿਆ ਇਹਦੇ ਵਿੱਚ? ਸੋਚਣ ਵਿਚਾਰਨ ਨੂੰ ਮੈਨੂੰ ਤਾਂ ਨਹੀਂ ਲੱਗਦਾ ਕੁਝ ਰਹਿ ਗਿਆ। ਜਦੋਂ ਮੈਂ ਬੋਲਿਆ ਮੈਨੂੰ ਸਾਊਥ ਇੰਡੀਆ ਤੱਕ ਤੋਂ ਫੋਨ ਆਏ, ਉਹਨਾਂ ਨੇ ਮੇਰੇ ਕੋਲੋਂ ਡਾਕੂਮੈਂਟ ਮੰਗੇ, ਸਾਊਥ ਇੰਡੀਆ ਤੱਕ ਪ੍ਰਦਰਸ਼ਨ ਲੋਕਾਂ ਨੇ, ਮਤਲਬ ਕੋਈ ਪੋਲੀਟੀਕਲ ਪਾਰਟੀਆਂ ਜਾਂ ਕੋਈ NGOs ਨੇ ਕੀਤੇ, ਤੇ ਅਸੀਂ ਉਹਨਾਂ ਨਾਲ ਡਾਕੂਮੈਂਟੇਸ਼ਨ ਸਾਰੀ ਸ਼ੇਅਰ ਕੀਤੀ। ਤੇ ਪਰ ਇਹ ਬੜਾ ਮਤਲਬ ਹੈ ਜੀ ਕਿ ਸਾਨੂੰ ਤਾਂ ਲੱਗਦਾ ਨਹੀਂ ਵੀ ਸਾਡੇ ਨਾਲ, ਅਸੀਂ ਤਾਂ ਇਹ ਸਮਝਦੇ ਵੀ ਸਾਡਾ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਡਾ ਤਾਂ ਸ਼ੋਸ਼ਣ ਹੋ ਰਿਹਾ ਉਲਟਾ। ਤੁਹਾਨੂੰ ਲੱਗਦਾ ਕਿ ਇਸ ਕਰਕੇ ਨਾ ਆਪਣੇ ਜਨਤਾ ਦਾ ਕਹਿੰਦੇ ਨਾ ਘਰ ਕਾ ਭੇਦੀ ਲੰਕਾ ਢਾਏ, ਕਿ ਜਦੋਂ ਘਰ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਰੇਟ ਇਸ ਤੇਲ ਦਾ ਰੇਟ ਇਸ ਰੇਟ ਹੈਗਾ, ਆਪਾਂ 40 ਰੁਪਏ ਦੇਤੇ ਤੇ ਬਾਹਰ ਫਿਰ ਸਾਡਾ ਭਾਂਡਾ ਫੋੜ ਹੋ ਜਾਊਗਾ। ਬਾਹਰ ਭਾਂਡਾ ਫੋੜ ਤਾਂ ਇੱਦਾਂ ਨਾ ਜੀ ਵੀ ਇਹ ਚੀਜ਼ ਤਾਂ ਹੁਣ ਰੁਕਣੀ ਨਹੀਂ ਹੈ। ਇਹ ਤਾਂ ਹੁਣ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਥਰੂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਪਲੇਟਫਾਰਮ ਤੇ ਜਿਹੜੇ NRI ਵੀਰ ਸਾਡੇ ਬਾਹਰ ਬੈਠੇ ਨੇ ਸਾਰਿਆਂ ਤੱਕ ਗੱਲ ਜਾਣੀ ਆ ਸੋਸ਼ਲ ਮੀਡੀਆ ਦੇ ਥਰੂ, ਤੇ ਉਹਨਾਂ ਨੂੰ ਵੀ ਉਹ ਵੀ ਦੇਖਣਗੇ ਕਿ ਹਾਂ ਵਾਕਈ ਜਿਹੜੇ ਇੰਡੀਆ ਦੇ ਵਿੱਚ ਸਾਡੇ ਵੀਰ ਬੈਠੇ ਨੇ ਉਹਨਾਂ ਦੇ ਨਾਲ ਲੁੱਟ ਹੋ ਰਹੀ, ਕਿੰਨੀ ਮਿਹਨਤ ਦੇ ਨਾਲ ਅਸੀਂ ਰੁਪਈਆ ਕਮਾਇਆ। ਲੋਕਡਾਊਨ ਦੇ ਦਰਮਿਆਨ ਹੀ ਤੁਸੀਂ 7-8 ਰੁਪਈਏ ਡੀਜ਼ਲ ਦਾ ਰੇਟ ਵਧਾ ਦਿੱਤਾ, ਪੈਟਰੋਲ ਦਾ ਲੀਟਰ ਤੁਸੀਂ 7-8 ਰੁਪਈਏ ਪੈਟਰੋਲ ਦਾ ਰੇਟ ਵਧਾਤਾ। ਉਹ ਸਾਡਾ ਕਸੂਰ ਕੀ ਹੈ ਭਾਈ? ਕਿਸ ਗੱਲ ਦਾ ਰੇਟ ਵਧਾਇਆ? ਰੇਟ ਵਧੇ ਕਿਸ ਚੀਜ਼ ਦੇ ਨੇ? ਕੋ ਕਰੂਡ ਆਇਲ ਵੱਧ ਗਿਆ, ਇੰਟਰਨੈਸ਼ਨਲ ਪ੍ਰਾਈਸ ਵੱਧ ਗਿਆ, ਕਰੂਡ ਆਇਲ ਦਾ ਤਾਂ ਹਾਲ ਬੁਰਾ ਹੋ ਗਿਆ, ਬਿਲਕੁਲ ਜ਼ਮੀਨ 'ਚ ਧੱਸ ਗਿਆ ਕਰੂਡ ਆਇਲ ਦਾ ਰੇਟ, ਤੇ ਤੁਸੀਂ ਉਲਟਾ ਪੈਟਰੋਲ ਡੀਜ਼ਲ ਦੇ ਰੇਟ ਹੋਰ ਚੱਕ ਦਿੱਤੇ ਆਮ ਆਦਮੀ ਨੂੰ ਮਾਰਨ ਦੇ ਲਈ। ਫਿਰ ਤੁਸੀਂ ਅਗਲਾ ਤੁਹਾਨੂੰ ਹਿਸਾਬ ਕਿਤਾਬ ਪੁੱਛਦਾ, ਇਨਫੋਰਮੇਸ਼ਨ ਮੰਗਦਾ, ਤੁਸੀਂ ਉਹਨੂੰ ਕਾਨੂੰਨੀ ਪਚੜੇ 'ਚ ਲਿਜਾ ਲੈਂਦੇ ਹੋ। ਜਦੋਂ ਕਾਨੂੰਨੀ ਪਚੜੇ 'ਚੋਂ ਨਿਕਲ ਕੇ ਤੁਹਾਡੇ ਕੋਲੋਂ ਕਾਨੂੰਨ ਦੇ ਹਿਸਾਬ ਨਾਲ ਇਨਫੋਰਮੇਸ਼ਨ ਲੈਣਾ, ਤੁਸੀਂ ਤਾਂ ਤੱਕ ਵੀ ਸੁਣਨ ਨੂੰ ਤਿਆਰ ਨਹੀਂ ਹੈਗੇ ਵੀ ਬੰਦੇ ਸਾਡੇ ਕਿੰਨੇ ਦੁਖੀ ਨੇ, ਕਿੰਨੇ ਮੁਨਾਫਾਖੋਰੀ ਅਸੀਂ ਕਰ ਰਹੇ ਹਾਂ। ਵੀ ਕੁਝ ਇਹਨਾਂ ਨੇ ਤਾਂ ਬਿਲਕੁਲ ਕਹਿ ਲਓ ਪੰਜਾਬੀ 'ਚ ਕਹਿੰਦੇ ਸ਼ਰਮ ਲਾਈ ਆ, ਇਹ ਪੋਲੀਟੀਕਲ ਪਾਰਟੀਆਂ ਨੇ ਸ਼ਰਮ ਲਾਈ ਹੋਈ ਆ ਆਪਣੀ। ਕੁਵੈਤ ਵਰਗਾ ਦੇਸ਼ ਹੈ, ਤੁਸੀਂ ਇਹਦੀ ਗੱਲ ਕੀਤੀ ਸੀ ਕਿ ਇਹ ਦੇਸ਼ ਨੂੰ ਤਾਂ ਚਲੋ
ਪਹਿਲੇ ਤਾਂ ਮੈਂ ਵੀ ਯਕੀਨ ਨਹੀਂ ਕੀਤਾ ਜੀ, ਤੱਕ ਮੈਂ ਵੀ ਜਿੱਥੇ ਤੱਕ ਸੋਚਿਆ ਸੀਗਾ ਮੈਂ ਵੀ ਨਹੀਂ ਯਕੀਨ ਕੀਤਾ। ਤੁਹਾਨੂੰ ਐਵੇਂ ਕਹਾਂ ਕਿ ਜਦੋਂ ਮੈਂ ਇੱਕ ਮਿੰਟ ਤੁਹਾਨੂੰ ਵਿੱਚ ਟੋਕ ਰਿਹਾ, ਮੈਨੂੰ ਨਾ ਲੋਕੀ ਕਹਿਣ ਲੱਗੇ ਸੀ ਮੈਂਟਲੀ ਅਪਸੈਟ ਹੋ ਗਿਆ। ਮੈਂ ਤੁਹਾਨੂੰ ਇਹ ਗੱਲ ਬੋਲਣੀ ਨਹੀਂ ਸੀ ਚਾਹੁੰਦਾ ਕੈਮਰੇ ਦੇ ਉੱਤੇ। ਜਦੋਂ ਮੈਂ ਇਹ ਖੁਲਾਸਾ ਕੀਤਾ ਨਾ ਤੇ ਮੈਨੂੰ ਲੋਕੀ ਕਹਿਣ ਲੱਗੇ ਥੋੜਾ ਹਿੱਲ ਗਿਆ, ਮੈਂਟਲੀ ਅਪਸੈਟ ਹੋ ਗਿਆ, ਇਹਨੂੰ ਕਿਸੇ ਸਾਈਕੈਟਰਿਸਟ ਨੂੰ ਚੈੱਕ ਕਰਾਓ ਵੀ ਇਹ ਗੱਲਾਂ ਉਲਟ ਪੁਲਟ ਕਰਨ ਲੱਗ ਪਿਆ ਹੈਗਾ। ਪਰ ਜਦੋਂ ਮੈਂ ਕਾਗਜ਼ ਰੱਖੇ ਉਦੋਂ ਉਹਨਾਂ ਦੇ ਵੀ ਹੋਸ਼ ਫਾਕਤਾ ਹੋ ਗਏ। ਉਹੀ ਜਦੋਂ ਮੈਂ ਤੁਹਾਡੇ ਡਾਕੂਮੈਂਟ ਦੇਖੇ ਉਸ ਤੋਂ ਬਾਅਦ ਮੈਂ ਵੀ ਆਹੀ ਸੋਚਿਆ ਕਿ ਜਿਹੜਾ ਦੇਸ਼ ਆਪ ਸੁਣਦੇ ਸੀਗੇ ਅਸੀਂ ਕਿ ਉੱਥੋਂ ਤੇਲ ਆਂਦਾ ਹੈ, ਉੱਥੋਂ ਤੇਲ ਅੱਗੇ ਬਾਕੀ ਕੰਟਰੀਆਂ ਨੂੰ ਜਾਂਦਾ, ਲੇਕਿਨ ਉਸ ਕੰਟਰੀ ਤੋਂ ਖਰੀਦਣਾ ਕਿਤੇ ਨਾ ਕਿਤੇ ਫਿਰ ਹੁਣ ਤਾਂ ਸਵਾਲਾਂ ਦੇ ਘੇਰੇ 'ਚ ਹੀ ਹੈਗਾ ਵਾ ਕਿ ਖੁਦ ਆਪਣੀ ਕੰਟਰੀ ਨੂੰ ਇੰਨੇ ਮਹਿੰਗੇ ਰੇਟ ਦੇਣਾ ਤੇ ਉੱਥੇ 38 ਤੋਂ 40 ਰੁਪਏ ਤੱਕ ਵੇਚਣਾ, ਆਯਾਤ ਕਰਨ ਤੋਂ ਬਾਅਦ ਵੇਚਣਾ। ਤੇ ਲੇਕਿਨ ਕਿਸ ਤਰ੍ਹਾਂ ਦਾ ਰੋਹਿਤ ਸੱਭਰਵਾਲ ਜੀ ਫਿਰ ਕੀ ਚਾਹੀਦਾ? ਲੋਕ ਆਮ ਜਿਹੜੀ ਪਬਲਿਕ ਹੈਗੀ ਹੈ ਹੁਣ ਕਿੱਥੇ ਤੱਕ ਅਵੇਅਰਨੈਸ ਹੋ ਸਕੇ? ਤੁਸੀਂ ਤਾਂ ਚਲੋ ਆਪਣੇ ਵੱਲੋਂ ਇੱਕ ਕੰਮ ਕਰਤਾ, ਲੇਕਿਨ ਪਬਲਿਕ ਕਿੱਥੇ ਤੱਕ ਅਵੇਅਰਨੈਸ ਹੋ ਸਕੇ? ਤੁਸੀਂ ਦੇਖੋ ਜੀ ਬਾਹਰਲੇ ਮੁਲਕ ਕਿੱਡੇ ਸਿਆਣੇ ਨੇ, ਉਹ ਕੀ ਕਰ ਰਹੇ ਨੇ, ਉਹ ਸਾਨੂੰ ਕਰੂਡ ਆਇਲ ਵੇਚ ਦਿੰਦੇ ਆ, ਸਾਡੇ ਕੋਲ ਅਸੀਂ ਲੇਬਰ ਕਰਦੇ ਹਾਂ, ਉਸ ਕਰੂਡ ਆਇਲ ਨੂੰ ਪ੍ਰੋਸੈਸ ਕਰਦੇ ਹਾਂ, ਉਹਦੇ 'ਚੋਂ ਵੱਖਰੇ ਵੱਖਰੇ ਤਰ੍ਹਾਂ ਦੇ ਆਇਲ ਕੱਢਦੇ ਹਾਂ, ਕੱਢ ਕੇ ਅਸੀਂ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਬੜੇ ਹੀ ਵਾਜਬ ਦਾਮਾਂ ਦੇ ਉੱਤੇ ਉਹ ਚੀਜ਼ ਦੇ ਦਿੰਦੇ ਆ। ਠੀਕ ਹੈ ਜੀ, ਕੋਈ 2 3 4 5 ਰੁਪਏ ਜੋ ਵੀ ਸਰਕਾਰ ਦਾ ਮਾਰਜਨ ਹੋਊਗਾ ਉਹ ਲਾ ਲਾਂਗੇ, ਤੇ ਉਹੀ ਚੀਜ਼ ਸਾਨੂੰ ਡਬਲ ਕਰਕੇ ਲਾ ਦਿੰਦੇ ਆ। ਮੈਂ ਕਹਿੰਦਾ ਲੋਕਾਂ ਨੂੰ ਹਰ ਘਰ ਦੇ ਬਾਹਰ ਤਖਤੀ ਲਾ ਕੇ ਸਰਕਾਰ ਤੋਂ ਸਵਾਲ ਪੁੱਛੋ, ਆਪਣੇ ਘਰ ਦੇ ਬਾਹਰ ਤਖਤੀ ਲਾ ਦੇਣੀ ਚਾਹੀਦੀ ਹੈ ਵੀ ਸਾਡੇ ਨਾਲ ਕਿਉਂ ਤਸ਼ੱਦਦ ਹੋ ਰਹੀ ਹੈ। ਸੱਭਰਵਾਲ ਜੀ ਤੁਹਾਨੂੰ ਇਹਦੇ 'ਚ ਤੁਸੀਂ ਇੱਕ ਗੱਲ ਕਹੀ, ਮਿਹਨਤ ਸਾਡੇ ਲੋਕ ਕਰਨ ਤੇ ਮਿਹਨਤ ਦੀ ਜਿਹੜੀ ਲੇਬਰ ਹੈਗੀ ਸਾਡੇ ਹੀ ਲੋਕ ਦੇਣ, ਬਾਹਰਲੇ ਲੋਕ ਨਾ ਦੇਣ। ਨਾ ਬਿਲਕੁਲ, ਉਹਨਾਂ ਨੇ ਸਾਡੇ ਕੋਲੋਂ ਤਾਂ ਲੇਬਰ ਕਰਵਾ ਲਈ, ਲੇਬਰ ਕਰਵਾ ਕੇ ਸਾਡੇ ਕੋਲੋਂ ਬਾਹਰਲੀਆਂ ਕੰਟਰੀਆਂ ਨੂੰ ਤੁਸੀਂ ਬੈਨੀਫਿਟ ਦੇ ਦਿੱਤਾ ਤੇ ਆਪਣੀ ਕੰਟਰੀ ਦੇ ਲੋਕਾਂ ਨੂੰ ਲੁੱਟ ਲਿਆ। ਮਤਲਬ ਇਹ ਤਾਂ ਸਰਕਾਰ ਦਾ ਅਜੀਬ ਜਿਹਾ ਫੰਡਾ ਹੈ ਜੀ। ਬਿਲਕੁਲ ਮੈਂ ਤਾਂ ਕਹੂੰਗਾ ਗੱਲ ਕਹਿਤੀ ਨਾ, ਜਿੱਦਾਂ ਕਿ ਆਪਣੀ ਜਿਹੜੀ ਆਪਣੇ ਹੀ ਘਰ 'ਚ ਲੇਬਰ ਲਗਾਈ, ਜਿੱਦਾਂ ਹੁਣ ਇੱਕ ਮਿਸਤਰੀ ਲਾ ਲਿਆ ਆਪਾਂ, ਉਹਨੂੰ ਲੇਬਰ ਦੇ ਪੈਸੇ ਬਾਹਰਲੇ ਮੁਲਕ ਤੋਂ ਨਹੀਂ ਦਵਾਏ, ਆਪਣੀ ਜੇਬ 'ਚੋਂ ਦੇਤੇ ਜਿੱਦਾਂ ਕਿਸੇ ਬਾਹਰਲੀ ਬਿਲਡਿੰਗ ਬਣਾਉਣ ਦੇ। ਬਿਲਕੁਲ ਇੱਦਾਂ ਹੀ ਹੈ ਜੀ, ਇੱਦਾਂ ਹੀ ਹੈ ਬਿਲਕੁਲ। ਮੈਂ ਤਾਂ ਤੁਹਾਨੂੰ ਸਾਰੀ ਲਿਸਟ ਰੱਖੀ ਆ, ਜਰਮਨੀ ਵੀ ਆ, ਹਾਂਗਕਾਂਗ ਵੀ ਆ, ਇਰਾਕ ਆ, ਇਜ਼ਰਾਈਲ ਆ, ਜਾਰਡਨ ਆ, ਕੀਨੀਆ ਆ, ਮਲੇਸ਼ੀਆ ਆ, ਮੌਰੀਸ਼ੀਅਸ ਆ, ਆਸਟ੍ਰੇਲੀਆ ਆ, ਸਾਰੀ ਕੰਟਰੀਆਂ ਨੇ ਜੀ। ਮੈਂ ਤਾਂ ਇਹ ਤਕਰੀਬਨ 15 ਕੰਟਰੀ ਐਸੇ ਨੇ ਜਿਹੜੇ ਜਿਨ੍ਹਾਂ ਨੂੰ ਪੈਟਰੋਲ ਵੇਚਦੇ ਪਏ ਆ, ਤੇ 29 ਕੰਟਰੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਡੀਜ਼ਲ ਵੇਚਦੇ ਪਏ ਨੇ। ਇਸ ਤੋਂ ਇਲਾਵਾ ਹੋਰ ਵੀ ਹੋਣਗੇ। ਬਾਕੀ ਹਜੇ ਇੰਡੀਅਨ ਆਇਲ ਤੋਂ ਇਨਫੋਰਮੇਸ਼ਨ ਆਣੀ ਹੈ, ਜਿਹੜੀ ਇਹਨਾਂ ਨੇ ਹਾਈਡ ਕਰਕੇ ਰੱਖੀ ਹੋਈ ਹੈ। ਇੰਡੀਅਨ ਆਇਲ ਤੋਂ ਇਨਫੋਰਮੇਸ਼ਨ ਆਣੀ ਹੈ, ਮੈਂ ਉਹ ਜਦੋਂ ਇਨਫੋਰਮੇਸ਼ਨ ਆਂਦੀ ਮੈਂ ਜ਼ਰੂਰ ਸਾਂਝੀ ਕਰੂੰਗਾ, ਪਬਲਿਕ ਦੇ ਵਿੱਚ ਲਿਆ ਕੇ ਦੱਸੂੰਗਾ। ਸਾਡਾ ਕੰਮ ਤਾਂ ਹੈਗਾ, ਜੋ ਸਾਡੇ ਕੋਲੇ ਸੂਚਨਾ ਆ ਗਈ ਅਸੀਂ ਲੋਕਾਂ ਦੇ ਨਾਲ ਸਾਂਝੀ ਕਰਨੀ, ਲੋਕਾਂ ਨੂੰ ਅਵੇਅਰ ਕਰਨਾ, ਦੱਸਣਾ ਵੀ ਭਾਈ ਸਾਡੇ ਨਾਲ ਆਹ ਲੁੱਟ ਹੋ ਰਹੀ ਆ, ਦੇਖੋ ਕਿੱਦਾਂ ਕਰਨਾ। ਇਹਨਾਂ ਲੋਕਾਂ ਨੂੰ ਤੁਸੀਂ ਅਸੈਪਟ ਕਰਨਾ, ਇਹਨਾਂ ਪੋਲੀਟੀਕਲ ਪਾਰਟੀਆਂ ਨੂੰ, ਇਹਨਾਂ ਲੋਕਾਂ ਨੂੰ ਜਿਹੜੇ ਪੋਲੀਟੀਸ਼ੀਅਨਸ ਜੋ ਤੁਹਾਡੇ ਨਾਲ ਕਰ ਰਹੇ ਕਿ ਨਹੀਂ। ਇੰਡੀਅਨ ਆਇਲ ਨੇ ਹਜੇ ਤੱਕ ਕਿਉਂ ਨਹੀਂ ਦਿੱਤੀ ਇਨਫੋਰਮੇਸ਼ਨ ਦੀ ਗੱਲ ਕੀਤੀ ਜਾਵੇ? ਕਿ ਦਬਾਅ ਹੈ, ਕਿ ਤੁਹਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਪਿੱਛੇ ਹੋ ਜਾਓ, ਤੁਹਾਨੂੰ ਇਨਫੋਰਮੇਸ਼ਨ ਨਹੀਂ ਦੇ ਸਕਣੀ, ਤੁਹਾਡੇ ਦੇ ਕਿੱਦਾਂ ਦੀ ਫੋਨ ਕਾਲਸ ਆਣੀ ਜਾਂ ਕੁਛ ਆਣਾ, ਕਿ ਮਤਲਬ ਅੱਜ ਤੱਕ ਤਾਂ ਕਿਸੇ ਨੇ ਇੱਦਾਂ ਦਾ ਸਕੈਂਡਰਮ ਜਿਹੜਾ ਹੈਗਾ ਨਹੀਂ ਫੜਿਆ, ਤੁਸੀਂ ਬਹੁਤ ਵੱਡਾ ਸਕੈਂਡਰਮ ਹੈ, ਆਮ ਜਨਤਾ ਦੀ ਜਿਹੜੀ ਪੋਕਟ ਹੈਗੀ ਹੈ ਉਹ ਇਸ ਸਮੇਂ ਅਵੇਲੇਬਲ ਨਹੀਂ ਹੈਗੀ ਕਿ ਇੰਨੇ ਮਹਿੰਗੇ 'ਚ ਪੈਟਰੋਲ ਜਿਹੜਾ ਹੈਗਾ ਅਫੋਰਡ ਕਰ ਸਕੇ। ਲੇਕਿਨ ਜਿੱਦਾਂ ਤੁਸੀਂ ਕਰ ਰਹੇ ਹੋ, ਤੁਹਾਨੂੰ ਇਸ ਟਾਈਮ ਕਿਸੇ ਨੂੰ ਥ੍ਰੈਟ ਜਾਂ ਕੁਛ? ਮੈਨੂੰ ਦੇਖੋ ਇਸ ਤਰ੍ਹਾਂ ਤਾਂ ਚਲੋ ਜਦੋਂ ਅਸੀਂ ਕੰਮ ਕਰਦੇ ਹਾਂ ਮਾੜਾ ਮੋਟਾ ਕੋਈ ਨਾ ਕੁਛ ਕਹੀ ਜਾਂਦਾ ਹੈ, ਇਹ ਤਾਂ ਚਲੋ ਛੋਟੀ ਗੱਲ ਹੈਗੀ ਆ, ਪਰ ਇਹ ਲੀਗਲ ਪਛੜੇ ਦੇ ਵਿੱਚ ਲਿਜਾ ਲੈਂਦੇ ਆ। ਵੱਡੀ ਗੱਲ ਆ ਨਾ, ਜਿੱਦਾਂ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਜਾ ਕੇ ਕੇਸ ਲੜਨਾ ਕੋਈ ਛੋਟੀ ਗੱਲ ਨਹੀਂ ਹੈਗੀ। ਦਿੱਲੀ ਦੇ ਵਿੱਚ ਜਾ ਕੇ ਤਰੀਕਾਂ ਭੁਗਤਣੀਆਂ, ਪਹਿਲਾਂ ਤੁਸੀਂ ਕੇਸ ਫਾਈਲ ਕਰਨਾ, ਫਿਰ ਦਿੱਲੀ ਤਰੀਕਾਂ ਭੁਗਤਣੀਆਂ, ਫਿਰ ਤੁਸੀਂ ਜਿਹੜੇ ਕਮਿਸ਼ਨਰ ਨੇ ਉਹਨਾਂ ਨੇ ਤਾਂ 4 ਵਕੀਲ ਖੜੇ ਕਰ ਦੇਣੇ। ਗੱਲ ਸੁਣੋ, ਤੇ ਅਸੀਂ ਵਕੀਲਾਂ ਦੇ ਪੈਸੇ ਕਿੱਥੋਂ ਦੇਣੇ? ਸਾਨੂੰ ਤਾਂ ਆਪ ਹੀ ਲੜਨਾ ਪੈਣਾ, ਅਸੀਂ ਤਾਂ ਅਫੋਰਡ ਕਰ ਨਹੀਂ ਸਕਦੇ ਵਕੀਲਾਂ ਦੀ ਫੀਸ ਆਪ। ਅਸੀਂ ਸਾਰਾ ਐਕਟ ਪੜ੍ਹਨਾ, ਉਹਨਾਂ ਨੂੰ ਸਾਈਟ ਕਰਨਾ ਵੀ ਨਹੀਂ ਸਰ ਵੀ ਇਹ ਤਾਂ ਗਲਤ। ਤੁਹਾਨੂੰ ਉੱਥੇ ਜਿੱਦਣ ਇਹ ਬਹਿਸ ਹੋਈ ਹੈ, ਇਹ ਬਹਿਸ ਜਿਹੜੀ ਆ ਵੀਡੀਓ ਕਾਲ ਦੇ ਉੱਤੇ ਸਾਰਾ ਚਲੋ ਕੇਸ ਚੱਲਿਆ, ਕਰੋਨਾ ਕਰਕੇ ਕੋਵਿਡ ਕਰਕੇ ਕੋਰਟ ਨਹੀਂ ਸੀ ਲੱਗ ਰਿਹਾ, ਵੀਡੀਓ ਤੇ ਚੱਲਿਆ। 3 ਜਾਣੇ ਉੱਧਰ ਲੀਗਲ ਪੈਨਲ ਦੇ ਉੱਤੇ ਉਹਨਾਂ ਨੇ ਬਿਠਾਏ ਹੋਏ ਆ, ਤੇ ਅਸੀਂ ਇਕੱਲੇ ਇੱਧਰ ਬਹਿਸ ਕਰਨ ਵਾਲੇ ਆ। ਸਾਡਾ ਨਾ ਅਸੀਂ ਕੋਈ ਲਾਅ ਕੀਤੀ ਹੋਈ ਆ, ਤਾਂ ਸਿਰਫ ਲੋਕਾਂ ਦੇ ਉਹਦੇ ਵਾਸਤੇ ਵੀ ਭਾਈ ਅਵੇਅਰ ਕਰਨ ਵਾਸਤੇ ਸਾਰਾ ਪੜ੍ਹਿਆ, ਪੜ੍ਹ ਕੇ ਅੱਗੇ ਸਾਈਟ ਕੀਤਾ। ਇਹ ਇਸ ਤਰੀਕੇ ਦੇ ਨਾਲ ਲੀਗਲ ਪਛੜੇ ਚੱਲ ਜਾਂਦੇ ਲੋਕਾਂ ਨੂੰ। ਹੋਰ ਥ੍ਰੈਟ ਕਰਨ ਵਾਲੀਆਂ ਨਹੀਂ ਇਹ ਕੰਪਨੀਆਂ ਨਹੀਂ ਕਰਦੀਆਂ, ਉਹ ਹੋਰ ਤਰ੍ਹਾਂ ਦੇ ਲੋਕ ਹੁੰਦੇ ਨੇ, ਹੋਰ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਹੁੰਦੇ ਨੇ ਜੀ। ਇਹ ਸਨ ਸਾਡੇ ਨਾਲ ਰੋਹਿਤ ਸੱਭਰਵਾਲ ਜੀ। ਤੁਹਾਨੂੰ ਜਿਹੜੀ ਇਹਨਾਂ ਲਿਸਟ ਜਿਹੜੀ ਹੈਗੀ ਹੈ ਦਿਖਾਈ ਹੈ, ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਲਿਸਟ ਜਿਹੜੀ ਹੈਗੀ ਹੈ ਦਿਖਾਈ ਜਾਵੇਗੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈ ਪੈਟਰੋਲ ਜਿਹੜੇ 15 ਦੇਸ਼ਾਂ ਨੂੰ ਆਯਾਤ ਕੀਤਾ ਜਾਂਦਾ ਹੈ, ਅਤੇ ਡੀਜ਼ਲ ਜਿਹੜਾ 29 ਦੇਸ਼ਾਂ ਨੂੰ ਜਿਹੜਾ ਹੈਗਾ ਵਾ ਇਹ ਨਿਰਯਾਤ ਕੀਤਾ ਜਾਂਦਾ ਵਾ। ਹੁਣ ਜਿਹੜੇ ਲੁਧਿਆਣਾ ਸ਼ਹਿਰ ਦੇ ਨਿਵਾਸੀ ਦੀ ਗੱਲ ਕਰਾਂ ਜਾਂ ਸੂਬੇ ਦੀ ਗੱਲ ਕਰਾਂ ਜਾਂ ਪੂਰੇ ਭਾਰਤ ਦੀ ਗੱਲ ਕਰਾਂ, ਲੇਕਿਨ ਹੁਣ ਉਹ ਲੋਕਾਂ ਨੂੰ ਸਮਝਣਾ ਪੈਣਾ ਜਿਹੜੇ ਲੋਕ ਤੇਲ ਪਵਾਉਂਦੇ ਨੇ, ਜਿਹੜਾ ਬਿੱਲ ਹੈਗਾ ਨਹੀਂ ਲੈਂਦੇ ਹੈਗੇ,
ਬਿੱਲ ਲੈਣਾ ਕੰਪਲਸਰੀ ਜ਼ਰੂਰੀ ਕਰੋ, ਬਿੱਲ ਲੈਣਾ ਜ਼ਰੂਰੀ ਕਰੋ। ਉਸ ਤੋਂ ਬਾਅਦ ਸਰਕਾਰ ਦਾ ਵਿਰੋਧ ਸੱਭਰਵਾਲ ਜੀ ਨੇ ਕਿਹਾ ਸਰਕਾਰ ਦਾ ਵਿਰੋਧ ਕਰੋ ਕਿ ਰੇਟ ਜਿਹੜੇ ਹੈਗੇ ਨੇ ਘੱਟ ਕੀਤੇ ਜਾਣ। ਰੋਹਿਤ ਸੱਭਰਵਾਲ ਜੀ ਆਪਣੇ ਵੱਲੋਂ ਇੱਕ RTI ਜਿਹੜੇ ਪਾਉਂਦੇ ਨੇ, ਲੋਕਾਂ ਦੇ ਹਿੱਤਾਂ ਲਈ ਪਾਉਂਦੇ ਨੇ। ਲੋਕ ਜਿਹੜੇ ਹੈਗੇ ਨੇ ਸਮੇਂ ਸਿਰ ਲੋਕਾਂ ਨੂੰ ਜਿਹੜੇ ਉਹਨਾਂ ਨਾਲ ਧੱਕਾ ਹੋ ਰਿਹਾ ਉਹ ਧੱਕਾ ਨਾ ਹੋ ਸਕੇ। ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਰੋਹਿਤ ਸੱਭਰਵਾਲ ਜੀ ਦਾ ਐਪਰੀਸ਼ੀਏਟ ਕਰਨਾ ਚਾਹੀਦਾ, ਲੋਕਾਂ ਨੂੰ ਵੀ ਇਹਨਾਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ। ਜਿਹੜਾ ਵੀ ਇਹ ਕਰਦੇ ਨੇ ਲੋਕਾਂ ਨੂੰ ਇਹਨਾਂ ਦੀ ਨਾਲ ਜਿੰਨਾ ਵੀ ਹੈਗਾ ਕੋਆਪਰੇਟ ਕਰਨ, ਤਾਂ ਕਿ ਇਹ ਲੋਕਾਂ ਦੀ ਮੁਸੀਬਤਾਂ ਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਹੱਲ ਕਰ ਸਕਣ। ਲੇਕਿਨ ਕਹਿਣ ਦੀ ਗੱਲ ਆ ਕਿ ਅਸੀਂ ਹਿੰਦੁਸਤਾਨ ਦੇ ਜਿਹੜੇ ਲੋਕ, ਭਾਰਤ ਦੇ ਲੋਕ ਹੈਗੇ ਆ, ਆਪ ਹੀ ਜਿਹੜੇ ਹੈਗੇ ਆ ਆਪਣੀ ਜੇਬ ਕਟਾ ਰਹੇ ਆ। ਸਾਨੂੰ ਖੁਦ ਨੂੰ ਚਾਹੀਦਾ ਕਿ ਅਸੀਂ ਆਪਣੀ ਜੇਬ ਕਟਾਉਣ ਤੋਂ ਕਿੱਦਾਂ ਬਚੀਏ। ਕੁਛ ਇੱਦਾਂ ਦੇ ਲੋਕ ਜਿਹੜੇ ਹੈਗੇ ਨੇ ਇਹਨਾਂ ਨਾਲ ਟਾਈ ਅਪ ਰੱਖੋ, ਇਹਨਾਂ ਦੀ ਪਲ ਪਲ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਸਾਂਝੀ ਕਰੋ, ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਤੇ ਵੱਡੇ ਲੀਡਰਾਂ ਤੱਕ ਇਹ ਗੱਲ ਪਹੁੰਚੇ ਕਿ ਜਿਹੜਾ ਕਹਿੰਦਾ ਕਿ ਪੈਟਰੋਲ ਤੇ ਡੀਜ਼ਲ ਜਿਹੜਾ ਭਾਰਤ ਦੇ ਵਿੱਚ ਵੱਧ ਗਿਆ ਵਾ, ਉਹ ਵਧਿਆ ਨੀਗਾ, ਉਹ ਬਾਹਰਲੇ ਮੁਲਕਾਂ ਨੂੰ ਸਸਤਾ ਦੇ ਕੇ ਭਾਰਤ ਦੇ ਵਿੱਚ ਵਧਾਇਆ ਜਾ ਰਿਹਾ, ਤਾਂ ਕਿ ਇੱਥੇ ਦੀ ਜਨਤਾ ਨੂੰ ਮੂਰਖ ਬਣਾਇਆ ਜਾ ਸਕੇ, ਮੂਰਖ ਬਣਾ ਕੇ ਲੁੱਟਿਆ ਜਾ ਸਕੇ। ਸਿੱਧੀ ਗੱਲ ਹੈ। ਲੁਧਿਆਣਾ ਤੋਂ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ TV।